वाहिगुरु जी का खालसा वाहिगुरु जी की फतेह। दसा पातशाहियां दी आत्मक जोत गुरु ग्रंथ साहिब पातशाह जी दी पावन हजूरी विच जुड़ बैठी गुरु रूप साध संगत जीओ, भागा भरिया समा सतगुरां दी कृपा नाल प्राप्त होया। आओ इस वक्त नूं गुरां दे प्यार विच सफला बनाइए। चल रहे पावन प्रसंगां दे विचों आप जी ने सरवण कीता सी भाई बाला जी जगत गुरु गुरु नानक साहब सच्चे पातशाह जी के आगमन तो पहला सृष्टि दे की हाल ने, धरती ते किहो जे वरतारे हुंदे सी, उन्हां चीज़ां नूं बड़ा खोल के सुरत विच जाके सुना रहे हैं। किवें उन्हां हालातां दे विच धरती डोल गई। अत्याचार, पाप, बेईमानी सब कुछ पूरे जोबन ते है। जे दिसदा नहीं एक सच ते दूजा धर्म नजर नहीं आता। ऐसे हालातां दे विच दुनिया दा रब तो भी यकीन उठ के इन्हां सारे प्रकरणां नूं बड़े विस्तार सहित आप जी ने सरवण कीता। आओ सुरत करके माणीए आनंद, ध्यान करके चलिए खडूर साहब की पावन धरती ते, जिथे सतगुरु सच्चे पातशाह जी इस कथा नूं सरवण कर रहे ने। अपने भी भाग जागे ने, आपां नूं भी उह समां सरवण करन दा इस जीवन विच सुनहरी मौका प्राप्त होया। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौक दोहरा पयो भार तर पर अधिक, धर्म धरत नहीं ढीर। महाकवि भाई संतोख सिंह इस पावन कथा नूं छंदाबंदी विच लिख रहे ने, पर उस समय विच भाई बाला दी सुणाउंदे ने ते भाई पैड़ा मोखा उतारा करदे। गुरु अंगद दे पातशाह चौंकड़ा ला के नेत्र बंद करके सरवण कर रहे ने। भाई बाला जी आखण लगे पातशाह धरती ते कलयुग दा इन्ना बोल बाला हो गया, दुनिया दे विचों रब दा भय खत्म हो गया। जद जद भय खत्म होया तद तद जमाने विच नास्तिकता वधी है, ते जदों जदों नास्तिकता वधदी रही है कुरूपियां हुंदियां रहियां ने, कुदरत प्रचंड हुंदी है। दो चीज़ां बड़ियां मारू ने, पहली नास्तिकता ते दूजा धर्म दी दुनिया दा पखंड। पखंड भी एक ऐसी लहर है जो धर्म तो मनुख नूं कोहां दूर ले जाती है। धरती ते भय खत्म लोकां दा हो गया, लोग एक दूजे तो डरन लगे, क्योंकि बंदा बंदा नहीं रहा। बंदे दा सुभाव राक्षसां वर्गा हो गया। डिटो सेम अज भी यही कुछ है। मनुख मनुख तो डरदा है, धर्म की भावना भय डर दोनों खत्म हो गए। भाओ
भगत नहीं जगत में, विकल भई पै पीर। ऐसी उल्टी रीति समाज ਦੀ ਚੱਲੀ ਹੈ। ਜੇ ਕੋਈ ਸੱਚਾ ਪੱਕਾ ਮਨੁੱਖ ਧਰਮ ਕਮਾਉਂਦਾ ਰੱਬ ਰੱਬ ਕਰਦਾ ਹੈ, ਉਹਨੂੰ ਜਲੀਲ ਕੀਤਾ ਜਾਂਦਾ, ਡਰਾਇਆ ਜਾਂਦਾ, ਧਮਕਾਇਆ ਜਾਂਦਾ ਹੈ। ਕਹਿੰਦੇ ਭਗਤੀ ਲੋਕਾਂ ਚੋਂ ਖੰਭ ਲਾ ਕੇ ਉੱਡ ਗਈ, ਤੇ ਜਦੋਂ ਭਗਤੀ ਗਈ ਤੇ ਭੈ ਕਿੱਥੋਂ ਆ? ਭੈ ਤੇ ਭਗਤ ਬਾਣੀ ਵਿੱਚ ਦੋ ਚੀਜ਼ਾਂ ਇਕੱਠੀਆਂ ਆਉਂਦੀਆਂ ਨੇ। ਭੈ ਦੇ ਨਾਲ ਭਗਤੀ ਆ ਤੇ ਭਗਤੀ ਦੇ ਨਾਲ ਭੈ ਹੈ। ਭੈ ਨਾਮ ਹੈ ਡਰ ਦਾ। ਡਰ ਕਿਹਦਾ? ਬੰਦਿਆਂ ਦਾ ਡਰ ਨਹੀਂ। ਰੱਬ ਦੇ ਪਿਆਰੇ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦਾ ਡਰ ਨਹੀਂ ਰੱਖਦੇ, ਪਰ ਕਹਿੰਦੇ ਸਮਾਜ ਇੱਕ ਦੂਜੇ ਤੋਂ ਡਰਦਾ ਹੈ। ਅੱਜ ਵੀ ਲੋਕ ਭਾਵੇਂ ਇੱਕ ਪਰਿਵਾਰ ਦੇ ਮੈਂਬਰ ਨੇ, ਡਰ ਕਾਹਦਾ ਹੈ? ਆਪਣੀਆਂ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਕਰਕੇ ਇੱਕ ਦੂਜੇ ਦਾ ਖੌਫ ਹੈ। ਗਵਾਂਢ ਨੂੰ ਗਵਾਂਢੀ ਤੋਂ ਡਰ ਹੈ, ਮਿੱਤਰ ਨੂੰ ਮਿੱਤਰ ਤੋਂ ਡਰ ਹੈ, ਪਤੀ ਨੂੰ ਪਤਨੀ ਨੂੰ, ਪਤਨੀ ਨੂੰ ਪਤੀ ਤੋਂ, ਭੈਣ ਨੂੰ ਭਰਾ ਤੋਂ ਡਰ ਹੈ। ਕਿਉਂ? ਕਰਮਾਂ ਕਰਕੇ ਡਰ ਹੈ। ਇੰਨਾ ਭੈ ਲੋਕਾਂ ਵਿੱਚੋਂ ਖਤਮ ਹੋ ਗਿਆ। ਰੱਬ ਦਾ ਤੇ ਭੈ ਹੀ ਨਹੀਂ ਕਿਸੇ ਕੋਲ, ਨਾ ਧਰਮ ਦਾ ਭੈ। ਹੁਣ ਧਰਮ ਦੀ ਦੁਨੀਆ ਵਿੱਚ ਆ ਕੇ ਲੋਕੀ ਪੁੰਨ ਪਾਪ ਵਿਚਾਰਦੇ ਆ ਵੀ ਇਹ ਪੁੰਨ ਹੈ, ਇਹ ਪਾਪ ਹੈ। ਤੇ ਜਦੋਂ ਬੰਦਾ ਨਾਸਤਕ ਹੋ ਜਾਂਦਾ ਜਾਂ ਪਖੰਡੀ ਹੋ ਜਾਂਦਾ ਹੈ, ਉਹ ਫਿਰ ਬਲੀਆਂ ਤੱਕ ਦੇਣ ਲੱਗ ਜਾਂਦਾ। ਉਹਨੂੰ ਪਾਪ ਨਾਲ ਕੀ ਲੱਗੇ? ਉਹਨੂੰ ਤੇ ਆਪਣਾ ਕੰਮ ਸਿੱਧਾ ਹੋਣਾ ਚਾਹੀਦਾ। ਕਹਿੰਦੇ ਭਗਤੀ ਤੇ ਭੈ ਜਦੋਂ ਜ਼ਮਾਨੇ ਵਿੱਚੋਂ ਚਲੇ ਗਿਆ, ਲੋਕਾਂ ਦੀ ਰੁੱਖ ਬੋਲੀ, ਲੋਕਾਂ ਦੇ ਖਿਆਲ ਬਿਲਕੁਲ ਰੁੱਖੇ ਹੋ ਗਏ। ਚੌਪਈ ਏਕ ਓੰਕਾਰ ਆਰਾਧਨ ਕੀਨਾ, ਭਨਤ ਬੇਨਤੀ ਭਈ ਅਧੀਨਾ। ਜ਼ਮਾਨਾ ਅਕਿਰਤ ਘਣ ਹੋਇਆ ਜਦੋਂ, ਫਿਰ ਧਰਤੀ ਪੁਕਾਰਾ ਉਸ ਪਰਮਾਤਮਾ ਅੱਗੇ ਕਰਦੀ। ਪਰਮਾਤਮਾ ਕਿਹੜਾ? ਜਿਹੜਾ ਇੱਕ ਓੰਕਾਰ ਹੈ। ਨਾ ਤੇ ਕੋਈ ਬ੍ਰਹਮਾ ਰੱਬ ਹੈ, ਨਾ ਵਿਸ਼ਨੂੰ ਰੱਬ ਹੈ, ਤੇ ਨਾ ਕੋਈ ਸ਼ਿਵ ਰੱਬ ਹੈ। ਇਹ ਤੇ ਉਹਦੀਆਂ ਸਾਜੀਆਂ ਹੋਈਆਂ ਉਹ ਤਾਕਤਾਂ ਨੇ, ਉਹ ਅਹੁਦੇ ਨੇ, ਜਿਨ੍ਹਾਂ ਤੇ ਕਰੋੜਾਂ ਬ੍ਰਹਮੇ ਬੈਠੇ, ਕਰੋੜਾਂ ਸ਼ਿਵ ਬੈਠੇ, ਕਰੋੜਾਂ ਕ੍ਰਿਸ਼ਨ ਹੋਏ। ਇਹਦਾ ਕਿਹਦਾ ਜ਼ਿਕਰ ਕਰੀਏ? ਪਰ ਸਭ ਦਾ ਸਮਰੱਥ ਦਾਤਾ ਕੌਣ ਹੈ? ਜਿਹਨੇ ਇਸ ਯੂਨੀਵਰਸ ਨੂੰ ਬਣਾਇਆ ਹੈ, ਜਿਹਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ, ਜਿਹਦੀ ਸਾਜੀ ਹੋਈ ਸ੍ਰਿਸ਼ਟੀ ਦੇ ਵਿੱਚ ਕਰੋੜਾਂ ਗਲੈਕਸੀਆਂ ਨੇ, ਗਿਣਤੀ ਕੋਈ ਨਹੀਂ ਹੈ। ਅਰਬਾਂ ਖਰਬਾਂ ਤਾਰੇ ਤੇ ਗਿਣਤੀ ਵਿੱਚ ਦੱਸ ਰਹੇ ਹਾਂ ਆਪਾਂ, ਪਰ ਅਣਗਿਣਤ ਨੇ, ਗਿਣੇ ਨਹੀਂ ਜਾ ਸਕਦੇ। ਪਤਾ ਨਹੀਂ ਕਿੰਨੇ ਸੌਰ ਮੰਡਲ ਬਣਾਏ ਆ, ਕਿੰਨੇ ਚੰਦ ਤਾਰੇ ਬਣਾਏ ਹੋਏ ਆ, ਤੇ ਬਣਾਉਣ ਵਾਲਾ, ਚਲਾਉਣ ਵਾਲਾ, ਆਪਣੇ ਭੈ ਵਿੱਚ ਰੱਖਣ ਵਾਲਾ ਤੇ ਕੋਈ ਹੈ ਨਾ। ਇਸੇ ਕਰਕੇ ਬਾਣੀ ਕਹਿੰਦੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚੰਦ ਨਾ। ਕਹਿੰਦੇ ਚੰਦ ਅਤੇ ਸੂਰਜ ਵੀ ਕਿਸੇ ਦੇ ਭੈ ਵਿੱਚ ਕਰੋੜਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਦੇ ਆ ਰਹੇ ਆ। ਕਦੇ ਨਹੀਂ ਹੁੰਦਾ ਵੀ ਸੂਰਜ ਲੇਟ ਹੋ ਜੇ, ਕਦੇ ਐਸਾ ਨਹੀਂ ਹੁੰਦਾ ਵੀ ਚੰਦਰਮਾ ਲੇਟ ਹੋ ਜੇ। ਉਹ ਚੜ੍ਹਦੇ ਰਹਿੰਦੇ ਆ, ਪਰ ਹਾਂ ਮੌਸਮ ਕਰਕੇ ਉਹ ਦਿਸਣ ਨਾ ਦਿਸਣ ਅਲੱਗ ਚੀਜ਼ ਹੈ। ਉਹ ਸਮੇਂ ਦੇ ਪੱਕੇ ਆ, ਉਹਨਾਂ ਦੇ ਗੇੜੇ ਪੱਕੇ ਆ, ਕਿਉਂਕਿ ਭੈ 'ਚ ਰਹਿੰਦੇ ਆ। ਜਿਹਦੇ ਭੈ ਵਿੱਚ ਸਮੁੱਚਾ ਬ੍ਰਹਿਮੰਡ ਚੱਲਦਾ ਹੈ, ਇੱਕ ਨਹੀਂ ਕਰੋੜਾਂ ਬ੍ਰਹਿਮੰਡ। ਕਹਿੰਦੇ ਉਹ ਹੈ ਓੰਕਾਰ, ਜਿਹਦਾ ਪਸਾਰਾ ਸਾਰਾ ਹੀ ਹੈ, ਜਿਸ ਤੋਂ ਸਭ ਕੁਝ ਬਣਿਆ ਹੋਇਆ ਏ। ਪਰਮੇਸ਼ਰ ਪਰਪੁਰਖ ਪ੍ਰਾਤਨ, ਪਰਮ ਪਰਾਵਰ ਨਾਥ ਸਨਾਤਨ। ਧਰਤੀ ਦੀਆਂ ਨਿਤ ਦੀਆਂ ਪੁਕਾਰਾਂ ਨੇ ਉਸ ਪੁਰਾਤਨ ਪਰਮਾਤਮਾ ਜੋ ਅਨਾਦ ਕਾਲ ਹੈ, ਜਿਹਦੇ ਪਰਥਾਏ ਗੁਰੂ ਨਾਨਕ ਸਾਹਿਬ ਲਿਖਦੇ ਆ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਜਿਹੜਾ ਅਨੀਲ ਹੈ, ਜੋ ਅਨਾਦ ਹੈ, ਅਨਾਦੀ ਕਾਲ ਤੋਂ, ਜਿਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਅੱਜ ਕਿਸੇ ਚੀਜ਼ ਦੀ ਗੱਲ ਕਰ ਲਓ, ਸਾਇੰਸ ਕੋਲ ਇੱਕ ਤਕਾਜ਼ਾ ਹੁੰਦਾ ਹੈ, ਇੰਨੇ ਅਰਬ ਕਰੋੜ ਸਾਲ ਪਹਿਲਾਂ ਧਰਤੀ ਦੀ ਹੋਂਦ ਹੋਈ, ਇੰਨੇ 100 ਕਰੋੜ ਸਾਲਾਂ ਬਾਅਦ ਸੂਰਜ ਖਤਮ ਹੋ ਜੂ, ਇੰਨੇ ਅਰਬ ਸਾਲਾਂ ਬਾਅਦ ਫਲਾਣੀ ਗਲੈਕਸੀ ਨਾਲ ਫਲਾਣੀ ਟਕਰਾ ਜਾਏਗੀ। ਜੱਗ ਤੱਕ ਨੇ ਨਾ, ਕਿਸੇ ਕੋਲ ਸੱਚ ਨਹੀਂ ਨਾ, ਅੰਦਾਜ਼ੇ ਆ, ਪਰ ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਧਰਤੀ ਕਦੋਂ ਬਣੀ, ਕਿਹੜੇ ਸਮੇਂ ਵਿੱਚ ਬਣੀ। ਇਹ ਤਾਂ ਸਾਡੀਆਂ ਗੱਲਾਂ ਨੇ ਜੀ। ਬੰਦੇ ਤੋਂ ਬਾਂਦਰ ਨਹੀਂ ਬਣਿਆ, ਬਾਂਦਰ ਤੋਂ ਬੰਦਾ ਬਣ ਗਿਆ, ਗੱਲਾਂ ਨਹੀਂ ਨਾ ਏਦਾਂ ਪੜ੍ਹਦੇ ਆਉਂਦੇ ਲੋਕ। ਪਰ ਨਹੀਂ, ਬਾਣੀ ਦੀ ਮੰਨੀਏ, ਸਤਿਗੁਰ ਕਹਿੰਦੇ ਜੋ ਕੁਝ ਹੋਇਆ ਇੱਕ ਵਾਰ ਵਿੱਚ ਹੀ ਹੋਇਆ। ਪਰਮਾਤਮਾ ਦੇ ਇੱਕ ਹੁਕਮ ਵਿੱਚ ਸਾਰਾ ਸੰਸਾਰ ਬਣਿਆ। ਜੇ ਬਾਂਦਰ ਤੋਂ ਬੰਦਾ ਬਣ ਗਿਆ ਤੇ ਫਿਰ ਜੰਗਲਾਂ ਦੇ ਬਾਂਦਰ ਬਾਂਦਰ ਕਿਉਂ ਰਹਿ ਗਏ? ਆਖੋ ਸਤਿਨਾਮ। ਇਹ ਕਿਉਂ ਨਾ ਪੜ੍ਹ ਲਿਖ ਸਕੇ? ਇਹਨਾਂ ਦੀਆਂ ਪੁੱਛਾਂ ਕਿਉਂ ਨਾ ਖਤਮ ਹੋਈਆਂ?
ਬੰਦੇ ਦੀਆਂ ਕਿਉਂ ਹੋ ਗਈਆਂ? ਇੱਕ ਜਗ ਤੱਕ ਤੇ ਅੰਦਾਜ਼ੇ ਨੇ, ਪਰ ਗੁਰੂ ਸਾਹਿਬ ਕਹਿੰਦੇ ਉਹਨੇ ਜੋ ਬਣਾਇਆ ਹੈ, ਬਣਾਉਣ ਵਾਲੇ ਨੂੰ ਫਿਕਰ ਹੈ, ਬਣਾਉਂਦਾ ਵੀ ਉਹੀ ਹੈ, ਢਾਉਂਦਾ ਵੀ ਉਹੀ ਹੈ। ਜਿਹਨੇ ਪ੍ਰਿਥਵੀ ਸਾਜੀ ਹੈ, ਆਕਾਸ਼ ਸਾਜਿਆ ਹੈ, ਕਹਿੰਦੇ ਪ੍ਰਿਥਵੀ ਨੇ ਤੇ ਉਹਦੇ ਕੋਲੇ ਪੁਕਾਰ ਕਰਨੀ ਹੈ। ਉਹ ਰੋਜ਼ ਬੇਨਤੀਆਂ ਕਰੇ, ਪੁਕਾਰ ਕਰੇ। ਹੁਣ ਤੁਸੀਂ ਕਹੋਗੇ ਧਰਤੀ ਨਹੀਂ ਬੋਲਦੀ, ਧਰਤੀ ਵੀ ਬੋਲਦੀ ਹੈ। ਬ੍ਰਹਿਮੰਡ ਦੀ ਆਵਾਜ਼ ਕਦੇ ਸੁਣਿਓ? ਅੱਜ ਤੇ ਨਾਸਾ ਨੇ ਸੁਣਾ ਦਿੱਤੀ ਹੈ। ਸੂਰਜ ਦੀ ਆਵਾਜ਼ ਕੀ ਹੈ? ਉਹ ਵੀ ਸੁਣਾ ਰਹੇ ਆ। ਚੰਦਰਮਾ ਦੀ ਆਵਾਜ਼ ਕੀ ਹੈ? ਉਹ ਵੀ ਆ ਰਹੀ ਹੈ। ਕਿਉਂਕਿ ਸਾਡੇ ਬ੍ਰਹਿਮੰਡ ਵਿੱਚ ਵੈਕਿਊਮ ਹੈ, ਹਵਾ ਨਹੀਂ ਹੈ, ਪਰ ਆਵਾਜ਼ਾਂ ਦੀ ਤੀਬਰਤਾ ਅੱਜ ਵੀ ਹੈ। ਪਰ ਉਸ ਪਰਮਾਤਮਾ ਨੇ ਜੋ ਕੁਝ ਬਣਾਇਆ ਹੈ, ਹੁਣ ਧਰਤੀ ਦੀ ਅਰਦਾਸ ਦਾ ਮਤਲਬ ਕੀ ਹੈ? ਜਿਸ ਦੇਵਤੇ ਨੂੰ ਧਰਤੀ ਦੀ ਜ਼ਿੰਮੇਵਾਰੀ ਦਿੱਤੀ ਹੈ ਨਾ, ਮਾਤਾ ਧਰਤ ਮਹਾ, ਉਹ ਕੌਣ ਹੈ? ਉਹ ਇੱਕ ਜ਼ਿੰਮੇਵਾਰੀ ਹੈ। ਜਿਵੇਂ ਇੱਕ ਸਟੇਟ ਦਾ CM ਹੁੰਦਾ ਨਾ, ਜਿਹੜੇ ਦੂਜੇ ਸੈਂਟਰ ਕੋਲ ਜਾ ਕੇ ਪੈਂਦੇ ਲੋਕੀ ਕਹਿੰਦੇ ਪੰਜਾਬ ਦਾ CM ਆਇਆ ਮਤਲਬ ਪੰਜਾਬ ਆਇਆ, ਹਰਿਆਣੇ ਦਾ ਆਇਆ ਮਤਲਬ ਹਰਿਆਣੇ ਨਾਲ ਗੱਲ ਹੋਈ ਹੈ। ਹੁਣ ਧਰਤੀ ਦਾ ਅਧਿਅਕਸ਼ ਦੇਵਤਾ ਜਿਹਨੂੰ ਜ਼ਿੰਮੇਵਾਰੀ ਦਿੱਤੀ ਹੋਈ ਇਸ ਬ੍ਰਹਿਮੰਡ ਦੀ, ਸਾਜਿਆ ਹੋਇਆ, ਉਹ ਪੁਕਾਰ ਕਰਦਾ ਹੈ। ਮਿੱਟੀ ਨਹੀਂ ਬੋਲਦੀ, ਅਧਿਅਕਸ਼ ਦੇਵਤਾ ਬੋਲਦਾ ਹੈ। ਜਿਵੇਂ ਆਪਾਂ ਬੈਠੇ ਹਾਂ ਸਰੀਰ ਕਰਕੇ, ਮੈਂ ਬੋਲਾਂ ਨਾ ਬੋਲਾਂ, ਪਰ ਮੇਰਾ ਮਨ ਤੇ ਬੋਲਦਾ ਅੰਦਰ। ਕੋਈ ਮੈਨੂੰ ਚੰਗਾ ਕਹੇ, ਮਾੜਾ ਕਹੇ, ਮੇਰਾ ਮਨ ਅੰਦਰੋਂ ਗੱਲਾਂ ਕਰਦਾ ਹੈ। ਮੈਂ ਜੇ ਆਪਣੇ ਮਨ ਦੀ ਵੀ ਨਹੀਂ ਸੁਣਦਾ, ਕੋਈ ਪਿੱਛੇ ਬੈਠਾ ਵੀ ਬੋਲਦਾ। ਮਨ ਕਹਿੰਦਾ ਕੰਮ ਨਹੀਂ ਕਰਨਾ ਤੇ ਅੰਦਰ ਬੈਠੀ ਉਹ ਆਤਮਾ ਕਹਿੰਦੀ ਕਰਨਾ ਚਾਹੀਦਾ। ਮਤਲਬ ਵਾਸਤੇ ਹੈ। ਹੁਣ ਆਤਮਾ ਦੀ ਆਵਾਜ਼, ਮਨ ਦੀ ਆਵਾਜ਼ ਜ਼ਰੂਰੀ ਨਹੀਂ ਹੈ ਫਿਜ਼ੀਕਲ ਬਾਡੀ ਦੀ ਆਵਾਜ਼ ਹੋਵੇ। ਹੁਣ ਉਸ ਧਰਤੀ ਨੇ ਨਿਰੰਕਾਰ ਅੱਗੇ ਅਰਦਾਸਾਂ ਕੀਤੀਆਂ ਨੇ, ਜੋ ਆਕਾਰ ਤੋਂ ਬਿਨਾਂ ਹੈ, ਜਿਹਦੇ ਸਭ ਆਕਾਰ ਨੇ। ਕਹਿੰਦੀ ਉਹਨੇ ਅਰਦਾਸ ਸੁਣੀ, ਲੰਮੇ ਸਮੇਂ ਤੱਕ ਅਰਜ਼ਾਂ ਗੁਜ਼ਾਰਦੀ ਰਹੀ ਹੈ। ਦੀਨ ਬੰਦ ਪ੍ਰਭ ਦੀਨ ਦਿਆਲਾ, ਦੀਨਾਨਾਥ ਪਰੋਖ ਪ੍ਰਤਪਾਲਾ। ਐ ਦੀਨ ਬੰਦ, ਦੁਖੀਆਂ ਦੇ ਦੁੱਖਾਂ ਨੂੰ ਕੱਟਣ ਵਾਲਿਆ, ਦਇਆਲੂ ਪਰਮਾਤਮਾ, ਮੈਂ ਕਦੇ ਤੁਹਾਡੇ ਤੋਂ ਕੁਝ ਨਹੀਂ ਸੀ ਮੰਗਿਆ, ਪਰ ਅੱਜ ਮੰਗਦੀ ਹਾਂ। ਕਦੇ ਧਰਤੀ ਨੇ ਨਹੀਂ ਕੁਛ ਮੰਗਿਆ। ਧਰਤੀ ਦਾ ਜਿਗਰਾ ਬੜਾ ਵੱਡਾ ਹੈ। ਸੀਵਰ ਪੱਟ ਲਓ, ਬੋਰਵੈਲ ਕਰ ਦਿਓ, ਸੁਰੰਗਾਂ ਕਰ ਦਿਓ, ਗੰਦਾ ਪਾਣੀ ਸੁੱਟ ਦਿਓ, ਸਾਫ਼ ਪਾ ਦਿਓ, ਰੰਗ ਸੁੱਟ ਦਿਓ, ਵੱਡੇ ਵੱਡੇ ਬਲਾਸਟ ਕਰ ਦਿਓ। ਧਰਤੀ ਕਦੇ ਨਹੀਂ ਕਹਿੰਦੀ ਮੇਰਾ ਸੀਨਾ ਕਿਉਂ ਭਾਰੀ ਹੈ। ਇਹਦੇ ਤੇ ਰਹਿਣ ਵਾਲਾ ਬੰਦਾ ਗੰਦ ਪਾਈ ਜਾਏ, ਇਹਦੇ ਤੇ ਰਹਿਣ ਵਾਲਾ ਫੁੱਲ ਬੀਜ ਲਏ, ਜ਼ਹਿਰ ਬੀਜੇ, ਅੰਮ੍ਰਿਤ ਬੀਜੇ। ਧਰਤੀ ਵਰਗੀ ਨਿਮਰਤਾ ਹੋ ਸਕਦੀ ਕਿਸੇ 'ਚ? ਦੱਸੋ ਜੀ, ਕਦੇ ਧਰਤੀ ਦੀ ਆਵਾਜ਼ ਦੇ ਕੇ ਕਿਹਾ ਹੋਵੇ ਮੈਨੂੰ ਕਿਉਂ ਗੰਦਾ ਕੀਤਾ? ਇਹਦਾ ਸੀਨਾ ਚੀਰ ਚੀਰ ਬੰਦਾ ਕਰੂਡ ਆਇਲ ਕੱਢਦਾ, ਕੱਚੇ ਤੇਲ ਕੱਢਦਾ, ਖਾਨਾ ਪੱਟ ਪੱਟ ਸੋਨਾ ਚਾਂਦੀ ਕੱਢਦਾ, ਹੀਰੇ ਜਵਾਹਰਾਤ ਕੱਢਦਾ, ਕੋਲੇ ਤੱਕ ਕੱਢਦਾ। ਧਰਤੀ ਨੇ ਕਦ ਕਿਹਾ ਮੇਰਾ ਸੀਨਾ ਕਿਉਂ ਪਾੜਿਆ? ਉਹ ਕਹਿੰਦੀ ਪੁੱਤਰਾ ਸਭ ਕੁਝ ਤੇਰੇ ਵਾਸਤੇ ਵਰਤ ਲੈ। ਕਦੀ ਉਹ ਰੋਈ ਨਹੀਂ, ਪੁਕਾਰ ਨਹੀਂ ਕੀਤੀ। ਕਹਿੰਦੇ ਜਦੋਂ ਧਰਤੀ ਰੋਂਦੀ ਆ, ਪੁਕਾਰ ਕਰਦੀ, ਸੱਚਮੁੱਚ ਕਿੰਨੀ ਦੁਖੀ ਹੋਣੀ। ਇਸ ਕਰਕੇ ਪਰਮਾਤਮਾ ਨੂੰ ਕਹਿੰਦੀ ਵਾਹਿਗੁਰੂ ਇਹਨਾਂ ਪਾਪੀਆਂ ਤੋਂ ਮੇਰਾ ਖਹਿੜਾ ਛਡਾ ਦਿਓ। ਕੀ ਕਾਰਨ ਹੈ ਧਰਤੀ ਇੰਨੀ ਦੁਖੀ ਹੈ? ਅਜਰ ਅਮਰ ਅਨਵਦ ਅਪੀਖਾ, ਅਭੈ ਨਿਰੰਜਨ ਅਲਖ ਅਲਿਖਾ। ਕਿਉਂਕਿ ਮਨੁੱਖ ਨਹੀਂ ਰਹੇ, ਮਨੁੱਖ ਆਦਮਖੋਰ ਹੋ ਗਏ। ਆਦਮਖੋਰ ਅੱਜ ਵੀ ਬੜੇ ਆ ਜੀ। ਕੱਲਾ ਮਾਸ ਖਾਣਾ ਮਾਸਾਹਾਰੀ ਨਹੀਂ, ਕਿਸੇ ਗਰੀਬ ਦਾ ਹੱਕ ਖਾਣਾ ਇਹ ਵੀ ਮਾਸ ਖਾਣਾ ਹੈ। ਬਾਣੀ ਪੜ੍ਹ ਲਿਓ, ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਮੁਰਦਾਰ ਕੀ ਹੈ? ਮੁਰਦਾ ਖਾਣਾ, ਕਿਸੇ ਦੇ ਪੈਸੇ ਮਾਰਨੇ, ਕਿਸੇ ਨੂੰ ਦਿਹਾੜੀ ਨਾ ਦੇਣੀ। ਇਹੋ ਜਿਹਾ ਮੁਰਦਾ ਖਾ ਕੇ ਕਿਹੜੇ ਧਰਮ ਦੀ ਗੱਲ ਕਰਦਾ? ਕਹਿੰਦੇ ਉਦੋਂ ਕਾਜੀ ਲੋਕ ਮੁਰਦਾ ਖਾਂਦੇ ਸੀ, ਮੁਰਦਾਰ ਖਾਂਦੇ ਸੀ। ਪੰਡਤ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਸੀ, ਭਰਮਾਂ ਦੇ ਜਾਲ ਵਿੱਚ ਪਾ ਕੇ। ਉਹ ਸ਼ਾਸਤਰਾਂ ਦੀ ਮੱਤ ਦੇ ਦੇ ਲੋਕਾਂ ਨੂੰ ਲੁੱਟੀ ਜਾਂਦੇ। ਹੁਣ ਜਦੋਂ ਧਰਮ ਦੀ ਦੁਨੀਆ 'ਚ ਏਡੀਆਂ ਗਿਰਾਵਟਾਂ ਆ ਗਈਆਂ, ਇੱਕ ਧਰਮ ਹੀ ਸੀ ਜਿਹਦੇ ਕਰਕੇ ਧਰਤੀ ਚੱਲਦੀ ਸੀ, ਜਿਹਦੇ ਕਰਕੇ ਧਰਤੀ ਨੂੰ ਸਹਾਰਾ ਸੀ। ਇਸੇ ਕਰਕੇ ਡੋਲਦੀ ਹੈ। ਕਲ ਮਲ ਕਲ ਕੀ ਕਾਲ ਬਿਠਾਰਾ, ਅਬੇ ਭਾਰ ਨਹੀਂ ਜਾਏ ਸੰਭਾਰਾ। ਬੜੀ ਵਾਰ ਧਰਤੀ ਨੇ ਦੇਵੀ ਦੇਵਤਿਆਂ ਕੋਲ ਵੀ ਪੁਕਾਰ ਕੀਤੀ ਸੀ ਵੀ ਮੈਥੋਂ ਭਾਰ ਨਹੀਂ ਝੱਲਿਆ ਜਾਂਦਾ, ਤੁਸੀਂ ਆਓ ਕੁਝ ਕਰੋ। ਕਹਿੰਦੀ ਅਸੀਂ ਕੀ ਕਰ ਸਕਦੇ ਹਾਂ?
जद बंदा बंदा ही नहीं रहा, बंदे ने पत्थर बना के देवते बना लए, उन्होंने पूजन लग गया, बंदे ने बंदे की कदर ना जानी। अज भी इस धरती ते किसी जानवर तो सानू कोई खतरा नहीं, बंदे नू बंदे तो खतरा। आखो सतनाम। सप्पां नू भी बंदा पटारियां च कील के पा लैंदा है, इन्ना जहरी है, एडा बेईमान है बंदा। पर जे ये अपना मन रब नू दे दे ते इहदे वर्गा रब कोई नहीं, इहदे वर्गा देवता कोई नहीं। कहते हुण जदों मनुख आदमखोर हो गए, गरीब गरीब नू गरीब बनाई जांदा है, अमीर अमीर हो रहा है, राजे महाराजे लुट रहे ने प्रजा नू, जेड़ा आउंदा हमला करके लै जांदा है। जे कोई धर्म की सौं पाउंदा है, कहते सौं ते यकीन नहीं, धर्म रहा ही किते ना, कोई नाम जपे ना कोई सेवा करे। जिन्ने साधु लोग सी वो भी चोरियां ठगियां दे हो गए, पंडितां तो लैके मुल्लियां तक सब दा इक्को मकसद बन गया, माया इकट्ठी कीती जावे। अत दुस्तर दुख बीला भयो, बिन अवलंब जात नह रह्यो। पर धरती रो रो पुकारा करदी, वाहिगुरु मेरा ते सहारा कोई नहीं। जे आही हाल दुनिया का चलता रहा, घोर कलयुग वरतदा रहा, मैं फना हो जाना। ਵੱਡੇ ਵੱਡੇ ਭੁਚਾਲ ਆਉਣ ਲੱਗ ਪਏ, ਸੁਨਾਮੀਆਂ ਉਹਨਾਂ ਸਮਿਆਂ 'ਚ ਵੀ ਆਉਂਦੀਆਂ ਸੀ, ਤੂਫਾਨਾਂ ਦੇ ਤੂਫਾਨ ਆਉਂਦੇ, ਬੜਾ ਕੁਝ ਬਰਬਾਦ ਹੁੰਦਾ ਏ। ਇਹ ਕੀ ਹੈ? ਮਾੜੇ ਦੌਰ ਦੀਆਂ ਨਿਸ਼ਾਨੀਆਂ ਨੇ। ਬੜੀ ਵਾਰ ਆਇਆ, ਇਹਨੂੰ ਕੁਦਰਤ ਦੀਆਂ ਕਰੋਪੀਆਂ ਸਾਇੰਸ ਵੀ ਅੱਜ ਮੰਨਦੀ ਹੈ। ਜਿਹੜੀ ਸਾਇੰਸ ਰੱਬ ਨੂੰ ਨਹੀਂ ਸੀ ਨਾ ਮੰਨਦੀ, ਉਹ ਅੱਜ ਇਹ ਮੰਨਦੀ ਵੀ ਕੁਦਰਤ ਸਾਡੇ ਤੇ ਪ੍ਰਕੋਪ ਕਰਦੀ ਹੈ, ਇਹ ਦੁਖੀ ਕਰ ਰਹੀ ਹੈ ਸਾਨੂੰ। ਕਿਉਂ? क्योंकि मनुख ने कुदरत नूं कुदरत नहीं छड्डिया, उहदा खिलवाड़ कीता। पर उन्हां समयां विच इहो जिहा खिलवाड़ नहीं सी जिहो जिहा अज हो रिहा है। उदों लोग कुदरत नाल नहीं सी खेडदे, लोकी जज्बातां नाल खेडदे सी। लोग केवल माया दे प्रेमी हो के बंदा बंदे नूं मारदा सी, दुखी करदा सी, रब दे नां ते कर्म कांड पखंड करदा सी। कहंदे धरती डोल गई, कलयुग एडा भारू हो गया। उस वेले परमात्मा नूं कहंदी, रब्बा हुण ते कोई सहारा नहीं, हुण ते देवी देवता भी खड़दा नहीं। देवते इस धरती तो चले गए जो बंदे ने अपना रूप विखाया, जो बंदा विकराल हो गया, भयानक हो गया, आदमखोर हो गया। जिन्नियां चंगियां रूहां सी धरती तो पासे हो गईयां। दोहरा सतयुग में चारों चरण, त्रेते तीन रहाई। ते फिर परमात्मा पुछदे, कहंदे तैनूं सब तो वड्डा दुख की है, तू पुकार कीती धरती? पुछ रहे हैं। वो कहती, वाहिगुरु सतयुग दे विच मेरे 4 पैर सी। आसा जी की बार पढ़ोगे आ जाना है। सतयुग 7 तेता जगी, द्वापर पूजा 4, तीने जुग तीने जड़ी, कल केवल नाम आधार। पातशाह मेरे 4 पैर सी सतयुग दे विच, वो किहड़े आ जी? तप, दान, जग ते पूजा। सतयुग दे विच 4 चीज़ां वड्डियां सी। तप करदे सी लोग, ਵੱਡੇ पद्धर ते दान, राजां दे राजदान कर दिंदे सी, पूजा की जाती सी, बड़े बड़े जग हुंदे सी। कहंदे फिर वो 4 दे 4 ना रहे सतयुग दे विच। ज्यों ज्यों सतयुग बीतदा गया, एक पैर उदों खत्म हो गया। द्वापर में 2 रहे, कल एक चरण टिकाए। त्रेते दे विच आके 3 रह गए, द्वापर विच 2 पैर रह गए। कहंदे हुण रह गया सी कलयुग। कलयुग दे विच इक्को ही पैर रहिंदा सी वड्डा धर्म दा, जिहड़ा पूजा दा हिस्सा सी। कहंदे बादशाह ये भी हुण डोलदा जांदा है। कोई बिल्डिंग होवे 4 पिलरां ते, 4 चों 3 कढ दिओ, एक दे सिर ते कद करूगी, टिक जाएगी। हुण वो 4 पिलर सी धरती दे, 4 दिशावां दे, तप जग पूजा दान, जिन्हां दे विच धर्म वड्डा सी। पूजा धर्म दा हिस्सा है। कहते जो 4 दे विचों 3 रह गए, 3 चों 2 रह गए, धरती नहीं बोली। इन्ना लंबा समा उन्हें दुख झल्लिया। बड़े बड़े इत्थे आउंदे रहे, मुहम्मद साहब वर्गे, कृष्ण वर्गे, राम वर्गे, बहुत आए आ, सारा जिक्र आया इन्हां दा। पर कहते धरती सुखी ना हो सकी। बड़े बड़े जंग युद्ध लगते रहे, देवी देवते ते राक्षस आपस विच लड़ते रहे। तो पई कल मल में आयो कल काला, भयो सुजाते भार विसाला। पर हे वाहिगुरु परमात्मा जीओ, इस कलयुग दे विच ते कलमल कहिए पापां दा एडा बोलबाला हो गया भी पाप बिना ते है ही कुछ नहीं, हर पासे पाप।
ਸੱਚੀ ਦੱਸਿਓ ਜੀ, ਸਵੇਰ ਤੋਂ ਉੱਠ ਕੇ ਸ਼ਾਮ ਤੱਕ ਆਪਾਂ ਕਿੰਨੇ ਪਾਪ ਕਰਦੇ ਹਾਂ? ਸਾਨੂੰ ਪਤਾ ਕੀ ਲੱਗਦਾ ਵੀ ਮੈਂ ਕਿਹੜਾ ਮੁਰਗਾ ਵੱਢਿਆ, ਮੈਂ ਕਿਹੜਾ ਬੱਕਰਾ ਮਾਰਿਆ, ਮੈਂ ਕਿਹੜਾ ਪਾਪ ਕਰ? ਨਹੀਂ, ਸੁਰਤ ਕਰਕੇ ਕਿੰਨੇ ਪਾਪ ਹੋਏ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹਦੇ ਬਾਰੇ ਮਾੜੇ ਫੁਰਨੇ ਤੇ ਵਿਚਾਰ ਆਉਂਦੇ ਰਹੇ, ਕਿਹਦੇ ਲਈ ਮਨ ਵਿੱਚ ਨਫ਼ਰਤ ਪੈਦਾ ਹੁੰਦੀ ਰਹੀ। ਇਹ ਸੂਖਸ਼ਮ ਪਾਪ ਨੇ, ਲੇਖਾ ਇਹਨਾਂ ਦਾ ਹੀ ਹੋਣਾ ਹੈ। ਬਾਹਰ ਦੇ ਕੀਤੇ ਕਰਮ ਵਾਧੇ ਘਾਟੇ ਤੇ ਪ੍ਰਮਾਤਮਾ ਬਖਸ਼ ਵੀ ਲਹੂ, ਪਰ ਮਨ ਕਰਕੇ ਮਾੜਾ ਸੋਚਿਆ ਕਿੱਥੇ ਬਖਸ਼ਿਆ ਤੂੰ? ਕਿਉਂਕਿ ਮਨ ਕਰਕੇ ਚੰਗਾ ਸੋਚੇ ਹੀ ਨਹੀਂ। ਬੜੀ ਥਾਂ ਮਰਦ ਲਿਖ ਰਹੇ ਆ, ਬੜੀ ਥਾਂ ਕਹਿੰਦੇ ਆ ਸਿਖਾ ਆਪਣੇ ਮਨ ਨੂੰ ਸਟੇਬਲ ਰੱਖਿਆ ਕਰ, ਪਰ ਕਾ ਬੁਰਾ ਨਾ ਰੱਖੋ ਚੀਤ। ਚਿੱਤ ਦੇ ਵਿੱਚ ਪਰਾਏ ਦਾ ਬੁਰਾ ਨਾ ਰੱਖੀ, ਬਹੁਤ ਵੱਡਾ ਪਾਪ ਹੈ, ਅਪਰਾਧ ਹੈ ਘੋਰ। ਧਰਤੀ ਕਹਿੰਦੀ ਪਾਤਸ਼ਾਹ ਇੱਥੇ ਤੇ ਹਰ ਬੰਦਾ ਪਾਪੀ ਬਣਿਆ ਫਿਰਦਾ ਹੈ। ਧਰਮ ਦੇ ਲਿਬਾਸ ਵਿੱਚ, ਧਰਮ ਦੀ ਦੁਨੀਆ ਵਿੱਚ ਵੀ ਲੋਕ ਪਾਪ ਕਰਦੇ। ਪਾਪ ਕਾਹਦੇ ਲਈ ਕਰਦੇ ਆ? ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ। ਹਾਏ ਹਾਏ ਕਿਉਂ ਕਰਦੇ ਲੋਕੀ? ਹਾਏ ਮਾਇਆ, ਹਾਏ ਪੈਸਾ। ਅੱਜ ਵੀ ਜਾ ਕੇ ਵੇਖੋ, ਕਿਸੇ ਗਰੀਬ ਨੂੰ ਸੜਕ ਤੇ ਪਏ ਤੇ ਪੁੱਛੋਗੇ ਨਾ, ਉਹ ਫੇਰ ਵੀ ਸੰਤੁਸ਼ਟ ਹੈ, ਫੁੱਟਪਾਥ ਤੇ ਸੁੱਤਾ, ਬੜੀ ਸੋਹਣੀ ਨੀਂਦ ਆਈ ਆ ਉਹਨੂੰ ਕੋਈ ਡਰ ਨਹੀਂ, ਕੋਈ ਗੱਡੀ ਲੰਘ ਜੂ ਉੱਪਰ ਦੀ। ਤੇ ਕਿਸੇ ਅਮੀਰ ਨੂੰ ਜਾ ਕੇ ਵੇਖੋ ਘਰੇ ਹਾਏ ਹਾਏ ਕਰਦਾ ਸ਼ੂ ਸ਼ਾ ਸਾਰੀ ਰਾਤ, ਸੌਂਦਾ ਹੀ ਨਹੀਂ ਹੈ। ਕਿਉਂ? ਜੇ ਉਹ ਕਰੋੜਾਂ ਅਰਬਾਂ ਪਤੀ ਵੀ ਹੈ, ਉਹਨੂੰ ਇਹ ਤਮਾ ਲੱਗੀ ਆ ਮੈਂ ਖਰਬਾਂ ਪਤੀ ਕਦੋਂ ਹੋ ਜਾਊਗਾ, ਬਿਲੀਅਨ ਦਾ ਮਾਲਕ ਕਦੋਂ ਹੋਊਗਾ, ਟ੍ਰਿਲੀਅਨ ਦਾ ਮਾਲਕ ਕਦੋਂ ਹੋਊਗਾ। ਚਿੰਤਾ ਹੀ ਪਈ ਹੋਈ ਹੈ। ਕਹਿੰਦੇ ਇਹ ਚਿੰਤਾ ਪਾਪ ਨੂੰ ਜਨਮ ਦੇ ਰਹੀ ਹੈ। ਤੇ ਪਾਪ ਬੰਦਾ ਕਦੋਂ ਕਰਦਾ ਹੈ? ਜਦ ਮਾਇਆ ਹੋਵੇ। ਮਾਇਆ ਦੇ ਲੋਭ ਦੇ ਵਿੱਚ ਪਾਪ ਕਮਾਉਂਦਾ। ਆਪਣੇ ਲੋਭ ਕੋ ਕਿਹਨੂੰ ਉਮੀਦ? ਬਾਣੀ ਕਹਿੰਦੀ ਲੋਭੀ ਬੰਦਾ ਪਾਪੀ ਹੋਏਗਾ। ਤੇ ਜੇ ਸਾਡੇ ਅੰਦਰ ਸੱਚਮੁੱਚ ਲੋਭ ਆ ਨਾ ਕੋਈ, ਵੇਖੋ ਜੈਨੂਅਨ ਹੋਣਾ ਹੋਰ ਗੱਲ ਹੈ, ਲੋੜਾਂ ਦੀ ਪੂਰਤੀ ਕਰਨੀ ਲੋਭ ਨਹੀਂ ਹੈ। ਲੋੜ ਤੋਂ ਵੱਧ ਕੇ ਇਕੱਠਾ ਕਰਨ ਦੀ ਤਮਾ ਲੱਗੀ ਰਹਿਣੀ ਹੈ, ਸਭ ਤੋਂ ਵੱਡਾ ਲੋਭ ਹੈ। ਲੋਭ ਵਿੱਚ ਪਾਪ ਹੈ, ਤੇ ਪਾਪ ਨੂੰ ਧਰਤੀ ਤੇ ਥਾਂ ਕੋਈ ਨਹੀਂ। ਪਾਪ ਕਈ ਪ੍ਰਕਾਰ ਦਾ ਹੁੰਦਾ, ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦਾ ਪਾਪ ਹੈ ਵੀ ਜੀਵਾਂ ਨੂੰ ਜੀਵ ਹੱਤਿਆ ਕਰ ਦੇਣੀ ਪਾਪ ਹੈ। ਬਾਣੀ ਪੜ੍ਹ ਕੇ ਵੇਖੋ, ਕਦੇ ਵਿਚਾਰ ਕੇ ਵੇਖੋ ਕਿੰਨੀ ਪ੍ਰਕਾਰ ਦੇ ਪਾਪ ਨੇ। ਮਰਦ ਕਹਿੰਦੇ ਪਾਪੀ ਹਾਏ ਹਾਏ ਕਰਦੇ ਫਿਰਦੇ, ਸੰਤੁਸ਼ਟੀ ਥੋੜਾ ਜ਼ਿੰਦਗੀ 'ਚ ਕੋਈ ਸੰਤੁਸ਼ਟੀ ਹੈ ਕਿਸੇ ਪਾਪੀ ਕੋਲ? ਕਦੇ ਪੁੱਛ ਕੇ ਵੇਖੋ ਜ਼ਿੰਦਗੀ 'ਚ, ਉਹ ਕਹਿੰਦਾ ਮੈਂ ਬਚਪਨ ਜਵਾਨੀ ਬੜੀ ਔਖੀ ਕੱਢੀ ਹੈ, ਹੁਣ ਵੀ ਮੇਰੇ ਤੇ ਕਰਜ਼ੇ ਬਹੁਤ ਨੇ। ਇਹਨੇ ਕਿਹਾ ਸੀ ਲੈਣ, ਹੁਣ ਉਹਨਾਂ ਕਰਜ਼ਿਆਂ ਪਿੱਛੇ ਲੋਕਾਂ ਦੇ ਗਲ ਘੁੱਟਦਾ ਫਿਰਦਾ, ਪੈਸੇ ਪੂਰੇ ਹੋ ਜਾਣ, ਮਿਆਂ ਕਰ ਲਿਆ, ਪੈਸੇ ਲੋਕਾਂ ਤੋਂ ਕੱਢ ਲਾ। ਕਹਿੰਦੀ ਉਹ ਜਦੋਂ ਪਾਪ ਕਰਦਾ ਹੈ, ਉਹ ਪਾਪ ਦਾ ਵਜਨ ਧਰਤੀ ਤੇ ਪੈਂਦਾ ਹੈ। ਹੁਣ ਉਦੋਂ ਲੋਕਾਂ ਦੇ ਪਾਪ ਕਿਹੋ ਜਿਹੇ ਸੀ? ਗਰੀਬਾਂ ਦੇ ਘਰ ਲੁੱਟਣੇ ਜਾ ਕੇ, ਰਾਜੇ ਨੂੰ ਰਾਜਾ ਲੁੱਟਦਾ ਫਿਰਦਾ ਹੈ, ਕਾਜੀ ਮੁੱਲਾ ਲੋਕ ਪੈਸੇ ਲੈ ਕੇ ਫੈਸਲੇ ਕਰਦੇ, ਸੱਚ ਦਾ ਝੂਠ, ਝੂਠ ਦਾ ਸੱਚ ਬਣਾਈ ਜਾਂਦੇ ਆ। ਕਹਿੰਦੇ ਧਰਤੀ ਤੋਂ ਇਹ ਪਾਪ ਤੇ ਝੂਠ ਦਾ ਭਾਰ ਹੁਣ ਝੱਲਿਆ ਜਾਂਦਾ ਨਹੀਂ। ਏਕ ਚਰਨ ਤੇ ਟਿਕਾ ਨ ਜਾਈ, ਬਿਨ ਅਵਲੰਬਨ ਬਿਥਿਰਤਾ ਪਾਈ। ਧਰਤੀ ਕਹਿੰਦੀ ਦਾਤਾ ਇੱਥੇ ਸਿਰਫ ਪੂਜਾ ਹੋ ਰਹੀ ਹੈ, ਸਿਰਫ ਇੱਕ ਪੈਰ ਤੇ ਖੜੀ ਜਾਵੇ। ਪੂਜਾ ਚੌਥਾ ਪੈਰ ਆ ਨਾ। ਹੁਣ ਪੂਜਾ ਕਿਹੜਾ ਸੱਚੀ ਸੀ? ਹੁਣ ਇੱਕ ਬੰਦਾ ਰੱਬ ਦੀ ਪੂਜਾ ਕਰਦਾ, ਦੂਜਾ ਪੱਥਰ ਰੱਖ ਕੇ ਬੈਠਾ ਕਹਿੰਦਾ ਤੂੰ ਹੀ ਖੁਦਾ, ਤੂੰ ਹੀ ਰੱਬ। ਮੈਨੂਫੈਕਚਰ ਕੀਤਾ ਹੋਇਆ, ਵੀ ਬਣਾਇਆ ਹੋਇਆ, ਮੈਨਮੇਡ ਰੱਬ ਹੈ। ਹੁਣ ਜਦੋਂ ਕਹਿੰਦੇ ਆਹ ਕੰਮ ਚੱਲ ਪਿਆ, ਰੱਬ ਨੂੰ ਕੋਈ ਰੱਬ ਨਹੀਂ ਕਹਿੰਦਾ, ਰੱਬ ਦੀਆਂ ਮੂਰਤਾਂ ਬਣਾ ਕੇ ਲੋਕ ਉਹਨੂੰ ਭੋਗ ਲਾਉਣ ਲੱਗੇ। ਰੱਬ ਦੀਆਂ ਮੂਰਤਾਂ ਬਣਾ ਕੇ ਲੋਕ ਉਹਦੇ ਨਾਲ ਗੱਲਾਂ ਕਰਨ ਲੱਗੇ। ਹੁਣ ਇਹ ਕੀ ਹੈ? ਇੱਕ ਪਾਪ ਦਾ ਹਿੱਸਾ ਹੈ। ਪੂਜਾ ਹੋਣੀ ਚਾਹੀਦੀ ਹੈ। ਜਦ ਪੂਜਾ ਪਖੰਡ ਬਣ ਜੇ ਫਿਰ ਘਾਤਕ ਹੁੰਦੀ ਆ। ਸਤਿਨਾਮ। ਆ ਪੂਜਾ ਦੇ ਪਿੱਛੇ ਤੁਸੀਂ ਵੇਖੇ ਨਾ ਕਿੰਨੇ ਕੀ ਕੁਛ ਹੁੰਦਾ। ਕੋਈ ਕਹਿੰਦਾ ਤੁਹਾਡੀ ਪੂਜਾ ਸਫਲੀ ਹੋ ਜੂਗੀ, ਬਲੀ ਦੇ ਦਿਓ, ਆਹ ਕਰ ਦਿਓ, ਟੂਣਾ ਕਰ ਆਓ, ਚੱਲਦੇ ਨਾ ਪਖੰਡ। ਫਿਰ ਇਹ ਕੰਮ ਕਰਨ ਤੇ ਕਰਾਉਣ ਵਾਲਿਆਂ ਦੇ ਘਰ ਸੁੱਖ ਆਉਂਦਾ ਕਦੇ? ਦੱਸਿਓ ਜੇ ਕੋਈ ਸੁਖੀ ਹੋਇਆ ਹੋਵੇ। ਧਰਤੀ ਆਖਣ ਲੱਗੀ ਦਾਤਾ ਇੱਕੋ ਪੈਰ ਰਹਿ ਗਿਆ ਪੂਜਾ ਦਾ, ਉਹ ਵੀ ਕੰਬਦਾ ਹੈ, ਕਿਉਂਕਿ ਪੂਜਾ ਕਰਨ ਵਾਲਾ ਲੱਭਦਾ ਹੀ ਕੋਈ ਨਹੀਂ। ਗਲਾਂ ਵਿੱਚ ਮਾਲਾ ਪਾਈਆਂ, ਬਾਣੀ ਲਿਖ ਰਹੀ ਆ ਨਾ, ਗਲੇ ਜਿੰਨਾ ਜਪ ਮਾਲੀਆਂ ਲੋਟੇ ਹੱਥਨ ਦਗ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਉਹ ਠੱਗਾਂ ਦਾ ਦੇਸ਼ ਬਣ ਗਿਆ ਬਨਾਰਸ। ਭਾਰਤ ਦੀ ਧਰਤੀ ਤੇ ਪੰਡਤਾਂ ਨੇ ਲੁੱਟਣਾ ਸ਼ੁਰੂ ਕਰਤਾ ਲੋਕਾਂ ਨੂੰ ਰੱਬ ਦੇ ਨਾਮ ਤੇ। ਅੱਜ ਵੀ ਚਲੇ ਜਾਓ ਭੇਵੇ ਦੀ ਧਰਤੀ ਤੇ, ਚਲੋ ਰਿਸ਼ੀਕੇਸ਼ ਚਲੇ ਜਾਓ, ਹਰਿਦੁਆਰ ਚਲੇ ਜਾਓ, ਉੱਥੇ ਮਰਿਆ ਹੋਇਆਂ ਦੀਆਂ ਬੁਕਿੰਗਾਂ ਹੁੰਦੀਆਂ ਵੀ ਫਲਾਣੇ ਨੂੰ ਗੰਗਾ ਵਿੱਚ ਰੋੜਨਾ ਹੈ, ਸਿੱਧਾ ਸਵਰਗ ਦਵਾਰ ਭੇਜਣਾ, ਇੰਨੇ ਪੈਸੇ ਲੱਗਦੇ। ਇੱਕ ਪੰਡਤ ਨੇ ਪਤਾ ਨਹੀਂ ਕਿੰਨੇ ਲੱਖ ਬੰਦਾ ਰੱਬ ਕੋਲ ਤੋਰਦਾ। ਰਜਿਸਟ੍ਰੇਸ਼ਨ ਹੋ ਰਹੀ ਹੈ। ਸਵਰਗ ਦੇ ਕਿਹੜੇ ਦਰਵਾਜ਼ੇ ਤੋਂ ਜਾਣਾ ਹੈ? 3100 ਵਾਲੇ ਤੋਂ, 5200 ਵਾਲੇ ਤੋਂ, 51000 ਵਾਲੇ ਤੋਂ? ਇਹ ਤੁਹਾਡੀ ਮਰਜ਼ੀ ਹੈ।
ਜ਼ੋਨ ਬਣੇ ਆ VIP 1 ਵੇ 2 ਵੇ 3 ਵੇ। ਇਹ ਪਖੰਡ ਹੈ। ਕਹਿੰਦੇ ਜਦੋਂ ਇਹ ਪਖੰਡ ਧਰਤੀ ਤੇ ਹੋਣ ਲੱਗਿਆ, ਘਰ ਘਰ ਆ ਕੇ ਲੋਕੀ ਕਹਿੰਦੇ ਦੀਕਸ਼ਾ ਲੈ ਲਓ, ਮੈਨੂੰ ਗੁਰੂ ਬਣਾ ਲਓ। ਪੰਡਤ ਗੁਰੂ ਬਣ ਕੇ ਬਹਿ ਗਏ। ਉਧਰ ਕਾਜੀ ਮੁੱਲਾ ਆਪਸ ਵਿੱਚ ਕੀ ਚੱਲਦਾ ਹੈ, ਉਹ ਕਹਿੰਦੇ ਤੂੰ ਮੁਸਲਮਾਨ ਬਣ, ਕਹਿੰਦੇ ਤੂੰ ਹਿੰਦੂ ਬਣ। ਕੀ ਅੱਜ ਇਹ ਕੁਝ ਨਹੀਂ ਚੱਲਦਾ? ਇਹ ਡਰਾਮੇ ਨੇ ਸਾਰੇ। ਭਾਵੇਂ ਸਿੱਖ ਬਣੋ ਨਾ ਬਣੋ, ਹਿੰਦੂ ਬਣੋ ਨਾ ਬਣੋ, ਮੁਸਲਮਾਨ ਬਣੋ ਨਾ ਬਣੋ, ਇੰਨੀ ਕੁ ਕੋਸ਼ਿਸ਼ ਕਰੀਏ ਬੰਦੇ ਬਣ ਜੀ, ਇਹੀ ਬਹੁਤ। ਆਖੋ ਸਤਿਨਾਮ। ਜਿੱਦਣ ਬੰਦੇ ਬਣ ਗਏ ਉਦਣ ਸਮਝ ਆਉਣੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਸਮਝਾਇਆ ਹੈ। ਬਾਣੀ ਕੀ ਕਹਿੰਦੀ? ਬੰਦਾ ਹੋਏ ਬੰਦਗੀ ਹੈ। ਬਾਣੀ ਕਹਿੰਦੀ ਜੇ ਤੂੰ ਬੰਦਗੀ ਕਰਦਾ ਬੰਦਾ ਤਾਂ ਏ, ਗੱਲਾਂ ਕਰਕੇ ਬੰਦਾ ਨਹੀਂ ਬਣ ਜਾਏਗਾ। ਜਦੋਂ ਕਹਿੰਦੇ ਸਾਰਾ ਕੁਝ ਹੋਣ ਲੱਗਿਆ, ਧਰਤੀ ਕਹਿੰਦੀ ਪਾਤਸ਼ਾਹ ਇਹ ਤੇ ਇੱਕ ਪੈਰ ਆ ਨਾ ਜਿਹੜਾ, ਇਹ ਵੀ ਡੋਲਦਾ ਹੈ। ਹੁਣ ਪੂਜਾ ਧਰਮ ਹੈ, ਧਰਮ ਦੇ ਵਿੱਚ ਪੂਜਾ ਹੈ, ਪਰ ਦੋਨਾਂ ਵਿੱਚ ਕਰਮ ਕਾਂਡ ਆ ਗਿਆ ਏ। ਏਕ ਓੰਕਾਰ ਬਿਨਾ ਸੁਣ ਲੀਜੈ, ਫਿਰ ਹੋਵੋ ਕੋ ਅਵਲੰਬ ਦੀਜੈ। ਪਰਮੇਸ਼ਰ ਪੁੱਛਦੇ ਆ ਕੀ ਚਾਹੀਦਾ ਹੈ? ਕਹਿੰਦੇ ਵਾਹਿਗੁਰੂ ਹੁਣ ਤੇ ਕੋਈ ਐਸਾ ਅਵਤਾਰ ਭੇਜੋ ਜਿਹੜਾ ਥੰਮ ਲਵੇ। ਹੁਣ ਇੱਥੇ ਭਾਈ ਗੁਰਦਾਸ ਬੜਾ ਸੋਹਣਾ ਇੱਕ ਬਚਨ ਲਿਖਦੇ ਆ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਡਿਠਾ, ਜਗ ਵਿੱਚ ਕੋਆ। ਕਹਿੰਦੇ ਧਰਤੀ ਦਾ ਭਾਰ ਕੋਈ ਸਾਧੂ ਤੋਂ ਬਿਨਾ ਥੰਮ ਨਹੀਂ ਸਕਦਾ। ਸਾਧ ਕੌਣ ਹੈ? ਪੂਰਾ ਸਤਿਗੁਰੂ, ਪੂਰਾ ਗੁਰੂ। ਕੱਲਾ ਸਾਧੂ ਕੀ ਕਰ ਲੂਗਾ? ਸਾਧੂ ਤੇ ਬੜੇ ਆਉਂਦੇ ਬੜੇ ਜਾਂਦੇ ਆ। ਪੂਰਾ ਸਾਧੂ ਰੱਬ ਰੂਪ, ਪਰ ਇੱਕ ਸ਼ਰਤ ਨਾਲ ਦੇਤੀ, ਕਹਿੰਦੇ ਸਾਧ ਨਾ ਡਿੱਠਾ ਜੱਗ ਵਿੱਚ ਕੋਆ। ਸਾਧੂ ਬਿਨਾ ਧਰਤੀ ਨੂੰ ਥੰਮ ਕੋਈ ਨਹੀਂ ਸਕਦਾ, ਪਰ ਕਹਿੰਦੇ ਅੱਜ ਧਰਤੀ ਤੇ ਸਾਧੂ ਦਿਸਦਾ ਹੀ ਕੋਈ ਨਹੀਂ। ਆਖੋ ਸਤਿਨਾਮ। ਭਾਈ ਗੁਰਦਾਸ ਦੇ ਬਚਨ ਨੇ। ਇਹੋ ਜੀ ਹਾਲਤ ਹੋ ਗਈ ਸੀ। ਕਰਮਕਾਂਡ ਇੰਨਾ ਸੀ, ਗੁਰੂ ਥਾਂ ਥਾਂ ਤੇ ਬਣੇ ਬੈਠੇ ਸੀ, ਕੋਈ ਪੂਰਾ ਨਹੀਂ ਸੀ। ਅੱਜ ਕਿੰਨੇ ਆ ਜਿਹੜੀ ਮਰਜ਼ੀ ਸਟੇਟ ਵੜ ਜਾਓ, ਗੁਰੂਆਂ ਦੀ ਕਮੀ ਹੈ। ਇੱਕ ਤੋਂ ਇੱਕ ਬ੍ਰਾਂਡਡ ਗੁਰੂ ਹੁੰਦਾ, ਇੱਕ ਤੋਂ ਇੱਕ ਦਾ ਪ੍ਰਸ਼ਾਦ ਆਨਲਾਈਨ ਆਉਂਦਾ। ਅੱਜ ਕੱਲ ਦੁਨੀਆ ਉਨੀ ਦੁਖੀ ਹੈ। ਜਿੰਨੇ ਦੇਵੀ ਦੇਵਤੇ ਲੋਕ ਵੇਚੀ ਜਾਂਦੇ, ਬੈਠੇ ਐਡ ਦਿੰਦੇ ਆ ਵੀ ਆਹ ਪਾ ਲਓ ਫਲਾਣਾ ਹੋ ਜਾਊਗਾ, ਹੁਣ ਆਹ ਪਾ ਲਓ ਗਲ 'ਚ ਆਹ ਹੋ ਜਾਊਗਾ। ਦੱਸੋ ਜੀ, ਮਾਇਆ ਇਕੱਠੀ ਕਰਕੇ ਸਾਰਾ ਕੁਝ ਵੇਖ ਰਹੇ ਆ। ਮਾਇਆ ਪਿੱਛੇ ਧਰਮ ਚੱਲ ਰਿਹਾ। ਕਰਮਕਾਂਡ ਨਹੀਂ ਤੇ ਹੋਰ ਕੀ ਹੈ। ਕਹਿੰਦੇ ਜਦੋਂ ਇਹ ਸਭ ਕੁਝ ਉਦੋਂ ਵੀ ਹੋਇਆ, ਤੰਤਰ ਮੰਤਰ ਜੰਤਰ ਜਾਦੂ ਸਭ ਕੁਝ ਜੋਰਾਂ ਤੇ ਚੱਲੇ, ਇਸ ਧਰਤੀ ਨੂੰ ਕੋਈ ਸਾਧੂ ਨਹੀਂ ਲੱਭਦਾ ਕਿਤੇ। ਕਿਉਂਕਿ ਦੱਸ ਕੇ ਹਟੇ ਕੱਲ ਦੇ ਦਿਨਾਂ ਦੇ ਵਿੱਚ ਵੀ ਇੱਥੇ ਜੰਗਮ ਜੋਗੀ ਸਰੇਵੜੇ ਸਭ ਲਾਲਚੀ ਹੋ ਗਏ। ਜੋਤੀ ਰੂਪ ਅਤੁਰੀ ਬਾਣੀ, ਸੁਣਤ ਵਿਚਾਰ ਕੀਨ ਸੁਖ ਦਾਨੀ। ਕਹਿੰਦੇ ਉਹ ਸੁੱਖਾਂ ਦੇ ਦਾਤੇ ਅਕਾਲ ਪੁਰਖ ਨੇ ਧਰਤੀ ਦੀ ਪੁਕਾਰ ਸੁਣ ਕੇ ਹਾਮੀ ਤੇ ਭਰੀ, ਪਰ ਕੁਝ ਸਮਾਂ ਸੋਚਿਆ। ਪਰਮਾਤਮਾ ਨੇ ਸੋਚਿਆ, ਪਰਮੇਸ਼ਰ ਨੇ, ਦੁਨੀਆ ਬਣਾਉਣ ਵਾਲੇ ਨੇ ਕੀ ਸੋਚਦੇ? ਕੁਝ ਖਾਸ ਸੋਚ ਰਹੇ। ਮਨ ਹੀ ਮਨ ਸੋਚਦੇ ਵੀ ਜੇ ਕੋਈ ਮੈਂ ਹੋਰ ਅਵਤਾਰ ਭੇਜਦਾ, ਅੱਗੇ ਬੜੇ ਭੇਜੇ ਆ ਵੀ ਜਿਹੜੇ ਚੰਨ ਉਹਨਾਂ ਨੇ ਚਾੜੇ ਉਹੀ ਇਹ ਚਾੜਨਗੇ। ਜਿਹੜਾ ਅਵਤਾਰੀ ਪੁਰਸ਼ ਆਉਂਦਾ ਆਪਣਾ ਪੰਥ ਚਲਾ ਗਿਆ, ਜਿਹੜਾ ਧਰਤੀ ਤੇ ਆ ਰੱਬ ਦਾ ਨਾਮ ਦਾ ਛਿੱਟਾ ਦੇਣੋਂ ਕਹਿੰਦਾ ਮੈਂ ਹੀ ਰੱਬ, ਮੈਨੂੰ ਮੰਨੋ। ਹੁਣ ਇਹ ਕੁਝ ਹੁੰਦਾ ਰਹਿੰਦਾ ਸੀ। ਅਕਾਲ ਪੁਰਖ ਪਰਮਾਤਮਾ ਸੋਚਦੇ ਆ ਵੀ ਜਿੰਨੇ ਲੋਕ ਭੇਜੇ ਉਹਨਾਂ ਕਰਮਕਾਂਡ ਵੱਧ ਗਿਆ। ਜਿੰਨੀ ਦੁਨੀਆ ਨੂੰ ਸਿੱਧੇ ਰਾਹ ਪਾਉਣ ਵਾਲੇ ਤੋਰੇ, ਉਹਨੇ ਪੁੱਠੇ ਰਾਹ ਚੱਲ ਪਏ। ਇਸ ਕਾਰਜ ਕੋ ਬਹੁਤ ਪਠਾਈ, ਜਾਏ ਤਹਾਂ ਨਿਜ ਪੰਥ ਚਲਾਈ। ਅਕਾਲ ਪੁਰਖ ਕਹਿੰਦੇ ਧਰਤੀਏ, ਅੱਗੇ ਮੈਂ ਬੜਿਆਂ ਨੂੰ ਭੇਜਿਆ ਸੀ, ਪਰ ਜਿਹਨੂੰ ਭੇਜਿਆ ਉਹਨੇ ਆਪਣੇ ਧਰਮ ਚਲਾ ਲਏ। ਜਿਹਨੂੰ ਵੀ ਭੇਜਿਆ, ਹੁਣ ਕਿੰਨੇ ਦੇਵੀ ਦੇਵਤੇ ਆ ਜੀ, ਕਿੰਨੇ ਅਵਤਾਰ ਨੇ। ਜਿਵੇਂ 24 ਅਵਤਾਰਾਂ ਦਾ ਜ਼ਿਕਰ ਹੁੰਦਾ ਨਾ, 23 ਹੋ ਗਏ, ਇੱਕ ਰਹਿ ਗਿਆ, ਉਹਨੇ ਹੋਣਾ ਜੀ ਕਲਕੀ ਅਵਤਾਰ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਲਕੀ ਅਵਤਾਰ ਬਾਰੇ 10ਵੀਂ ਦੀ ਬਾਣੀ 'ਚ ਸਾਰਾ ਕੁਝ ਖੋਲ੍ਹ ਕੇ ਦੱਸਿਆ। ਕਹਿੰਦੇ ਇਹ ਅਵਤਾਰ ਟੈਕਨੋਲੋਜੀ ਦੇ ਯੁੱਗ 'ਚ ਆਏਗਾ, ਤੇ ਜਦੋਂ ਆਏਗਾ ਰਸ਼ੀਆ ਚਾਈਨਾ ਜੰਗ ਹੋਏਗਾ ਬਹੁਤ ਵੱਡੇ ਪੱਧਰ ਤੇ। ਕਿਸ ਧਰਤੀ ਤੇ ਹੋਏਗਾ, ਕਿਹੜੀ ਸਟੇਟ ਵਿੱਚ ਹੋਏਗਾ, ਸਾਰਾ ਕੁਝ ਦੱਸਿਆ। ਇਹ ਉਹ ਪਹਿਲਾ ਅਵਤਾਰ ਹੈ ਜਿਹਦੇ ਆਉਣ ਤੋਂ ਪਹਿਲਾਂ ਵੀ ਰਾਜਸਥਾਨ 'ਚ ਮੰਦਿਰ ਬਣਿਆ ਸੀ, ਉਹਦੇ ਨਾਂ ਤੇ ਕਲਕੀ ਪੁਰਾਣ ਲਿਖਿਆ ਹੋਇਆ ਹੈ। ਸੁਣਿਆ ਕਦੇ ਏਦਾਂ ਵੀ ਜਿਹਨੇ ਅਜੇ ਆਉਣਾ, ਉਹਦੇ ਆਉਣ ਤੋਂ ਪਹਿਲਾਂ ਵੀ ਗ੍ਰੰਥ ਲਿਖੇ ਹੋਏ ਵੀ ਉਹ ਆਊਗਾ, ਕੁਛ ਕਰੂਗਾ, ਇੱਥੇ ਹੋਊਗਾ, ਉਹਨੂੰ ਮਾਰਨ ਵਾਲਾ ਕੌਣ ਆਊਗਾ, ਸਾਰਾ ਲਿਖਿਆ ਮਹਾਰਾਜ ਨੇ। ਕਹਿੰਦੇ ਬੜੇ ਅਵਤਾਰ ਧਰਤੀ ਤੇ ਆਏ, ਬੜੇ ਰਹਿਬਰੇ ਆਏ, ਸਭ ਨੇ ਆਪਣੇ ਆਪਣੇ ਪੰਥ ਚਲਾਏ ਨੇ,
ਮੰਨਣਾ ਤੇ ਰੱਬ ਨੂੰ ਸੀ, ਰੱਬ ਆਪ ਬਣ ਬੈਠੇ। ਵੀ ਦੁਨੀਆ ਉਨੀ ਉਲਝਦੀ ਜਾ ਰਹੀ ਹੈ, ਜਿੰਨੀ ਤਾਣੀ ਸੁਲਝਾਉਣੀ ਸੀ ਉਨੀ ਉਲਝੀ ਹੋਈ ਹੈ। ਵਿਸਰੇ ਜਾਂ ਕਾਰਜ ਤੈਂ ਗਏ, ਆਪਣੇ ਆਪਣੇ ਮਤ ਠਹਿਰਾਏ। ਪਰਮੇਸ਼ਰ ਜੀ ਕਹਿਣ ਲੱਗੇ ਧਰਤੀ ਜਿਹਨੂੰ ਜਿਹਨੂੰ ਭੇਜਿਆ ਆਪਣੇ ਆਪਣੇ ਮਤ ਚਲਾਏ। ਗੋਰਖ ਵਰਗੇ ਆਏ, ਮਛੰਦਰ ਵਰਗੇ ਆਏ, ਜੋਗ ਮਤ ਚਲਾ ਲਿਆ। ਬ੍ਰਹਮਾ ਦੀ ਆਏ, ਉਹਨਾਂ ਨੇ ਵੈਸ਼ਨਵ ਲੋਕ ਚਲਾਤੇ। ਬ੍ਰਹਮਾ ਆਪ ਪਾਰ ਬ੍ਰਹਮ ਕਰ ਜਾਂਦਾ, ਕਹਿੰਦਾ ਮੈਂ ਹੀ ਪਾਰ ਬ੍ਰਹਮ, ਮੈਂ ਹੀ ਪਰਮੇਸ਼ਰ ਹਾਂ। ਤੁਸੀਂ ਕਥਾ ਸੁਣੀ ਹੋਣੀ, ਉਹਨੇ ਕਵਲ ਦੇ ਫੁੱਲ ਨੂੰ ਲੱਤ ਮਾਰੀ ਤੇ 36 ਯੁੱਗ ਥੱਲੇ ਜਾਂਦਾ ਰਿਹਾ। ਇਹ ਸਭ ਕੁਝ ਹੋਇਆ ਪੁਰਾਤਨ ਕਥਾਵਾਂ ਨੇ। ਕਿਉਂ ਮਾਰੀ ਲੱਤ? ਉਹਨੂੰ ਇਹ ਲੱਗਦਾ ਸੀ ਦੁਨੀਆ ਬਣਾਉਣ ਵਾਲਾ ਮੈਂ ਆ, ਫੁੱਲ ਕਿਹਨੇ ਬਣਾਤਾ? ਇਹ ਤੇ ਮੈਂ ਨਹੀਂ ਬਣਾਇਆ। ਡੁੱਬ ਗਿਆ। ਫਿਰ ਵੇਖਿਆ ਇੱਥੇ ਤੇ ਕਰੋੜਾਂ ਬ੍ਰਹਮੇ ਤੁਰੇ ਫਿਰਦੇ ਆ, ਮੈਂ ਤੇ ਇਕੱਲੇ ਬ੍ਰਹਮੇ ਦੀ ਗੱਲ ਕਰਦਾ ਸੀ। ਕਿੰਨਿਆਂ ਨੂੰ ਭੇਜਿਆ? ਸਭ ਨੇ ਆਪਣੇ ਆਪਣੇ ਮਤ ਚਲਾ ਕੇ ਆਪਣੀ ਆਪਣੀ ਰੀਤ ਚਲਾਤੀ। ਕਿਸੇ ਨੇ ਕਿਹੋ ਜਿਹੇ ਕੱਪੜੇ ਪਵਾਤੇ, ਕਿਸੇ ਨੇ ਕਿਹੋ ਜਿਹੇ ਪਵਾਤੇ। ਜਿੰਨੇ ਧਰਮ ਵਧੇ ਉਨੀ ਈਰਖਾ ਵੱਧ ਗਈ। ਇੱਕ ਚੀਜ਼ ਹੋਰ ਨੋਟ ਕਰੋ, ਚਾਈਨਾ ਵਰਗੇ ਮੁਲਕ, ਯੂਰਪ ਵਰਗੇ ਮੁਲਕ ਬੇਸ਼ੱਕ ਅੱਜ ਨਾਸਤਕ ਨੇ ਪਰ ਇਮਾਨਦਾਰ ਨੇ। ਭਾਰਤ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ। ਜਿੰਨੇ ਮਹਾਂਪੁਰਖ, ਜਿੰਨੇ ਦਰਿਆ, ਜਿੰਨੇ ਧਾਰਮਿਕ ਗ੍ਰੰਥ ਇਸ ਧਰਤੀ ਤੇ ਹੋਏ ਨਾ, ਓਨੇ ਲੋਕ ਅਕਲ ਤੋਂ ਖਾਲੀ ਨੇ, ਓਨਾ ਹੀ ਪਖੰਡ ਨੇ, ਓਨਾ ਹੀ ਮਾੜੇ ਹਾਲ ਨੇ, ਓਨੀ ਮਾੜੀ ਦੁਰਦਸ਼ਾ ਹੈ, ਤੇ ਓਡਾ ਹੀ ਕਰਮ ਕਾਂਡ ਤੇ ਵੱਡਾ ਪਖੰਡ ਚੱਲਦਾ ਇਸ ਧਰਤੀ ਤੇ। ਜਿਸ ਧਰਤੀ ਤੇ ਇੰਨਾ ਕੁਝ ਹੋਇਆ ਹੋਵੇ ਉੱਥੇ ਇੰਨਾ ਕੁਝ ਹੋ ਰਿਹਾ। ਕਿਉਂ? ਇਹਨੂੰ ਕਹਿੰਦੇ ਦੀਵੇ ਥੱਲੇ ਹਨੇਰਾ। ਦੀਵਾ ਜਿੰਨਾ ਮਰਜ਼ੀ ਰੋਸ਼ਨੀ ਦੇਈ ਜਾਵੇ, ਆਪਣੇ ਥੱਲੇ ਰੋਸ਼ਨੀ ਨਹੀਂ ਕਰ ਸਕਦਾ। ਜਿਸ ਧਰਤੀ ਤੇ ਰਹਿਬਰ ਅਵਤਾਰੀ ਪੁਰਸ਼ ਆਏ, ਕਦੇ ਕਿਸੇ ਨੇ ਸੁਣਿਆ ਵੀ ਬ੍ਰਹਮੇ ਦਾ ਜਨਮ ਇਟਲੀ 'ਚ ਹੋਇਆ, ਜਾਂ ਸ਼ਿਵ ਜੀ ਦਾ ਜਨਮ ਸਪੇਨ 'ਚ ਹੋ ਗਿਆ, ਜਾਂ ਕਿਸੇ ਦਾ ਇੰਗਲੈਂਡ 'ਚ ਹੋ ਗਿਆ? ਇੱਥੇ ਹੋਏ ਨਾ ਸਾਰੇ, ਇੱਥੇ ਪੜ੍ਹਦੇ ਆ ਨਾ ਵੀ ਭਾਰਤ ਦੇਸ਼ ਦੀ ਵਿਰਾਸਤ ਹੈ। ਪਰ ਜਿਸ ਧਰਤੀ ਤੇ ਇੰਨਾ ਹੋਇਆ, ਉੱਥੇ ਅੱਜ ਵੀ ਚੋਰੀ ਯਾਰੀ ਤੇ ਮਕਾਰੀ ਸ਼ੇਰ ਆਖੋ ਸਤਿਨਾਮ। ਇਹ ਲੋਕ ਨਾ ਸ਼ੁਕਰੇ ਨੇ। ਇਹਨਾਂ ਰੱਬ ਨੂੰ ਮੰਨਿਆ ਜ਼ਰੂਰ ਹੈ, ਰੱਬ ਨੂੰ ਕੰਮਾਂ ਧੰਦਿਆਂ ਲਈ ਮੰਨਿਆ। ਇਹ ਕਮਜ਼ੋਰੀਆਂ ਸਾਰਾ ਕਿਤੇ ਨੇ। ਉਹੀ ਤੇ ਦੱਸ ਰਹੇ ਆ ਪਰਮਾਤਮਾ ਜੀ, ਕਹਿੰਦੇ ਜੇ ਕਿਸੇ ਨੇ ਧਰਮ ਨੂੰ ਮੰਨਿਆ ਆਪਣੇ ਕੰਮਾਂ ਲਈ, ਉਹ ਪਖੰਡ ਹੁੰਦਾ ਹੈ। ਮੰਨ ਲਓ ਮੈਂ ਕੋਈ ਚੀਜ਼ ਲੈਣੀ ਹੈ, ਮੈਨੂੰ ਮਿਲ ਨਹੀਂ ਰਹੀ, ਮੈਂ ਰੋਜ਼ ਦੇ ਅਰਦਾਸ ਤੇ ਅਰਦਾਸ, ਮਹਾਰਾਜਾ ਕਿਰਪਾ ਕਰ ਦਿਓ ਕੇਸ ਜਿੱਤ ਜਾਣਾ। ਮੈਨੂੰ ਪਤਾ ਹੈ ਵੀ ਕੇਸ ਮੈਂ ਕੀਤਾ, ਮੈਂ ਜਾਲੀ ਕੀਤਾ, 2 ਨੰਬਰ 'ਚ ਕੀਤਾ। ਜਿਹੜਾ ਕੰਮ ਮੈਂ ਕਰਦਾ ਸਹੀ ਨਹੀਂ ਹੈ, ਪਰ ਮੈਂ ਉਸ ਕੰਮ ਵਿੱਚ ਰੱਬ ਨੂੰ ਜਾਮਰ ਬਣਾਉਣਾ ਅਰਦਾਸ ਕਰਕੇ। ਤੇ ਫਿਰ ਇਹੋ ਜਿਹਾ ਕਰਮ ਕਰਕੇ ਦੱਸੋ ਪਰਮਾਤਮਾ ਦੀ ਖੁਸ਼ੀ ਮਿਲੂ? ਹੋ ਸਕਦਾ ਕੁਝ ਮੰਗਿਆ ਮਿਲ ਜਾਵੇ, ਪਰ ਜਨਮ ਜਨਮ ਖਹਿੜਾ ਨਹੀਂ ਛੁੱਟਣਾ। ਕਿਉਂਕਿ ਮੰਗਿਆ ਇਹ ਪਖੰਡ ਕਰਕੇ, ਕਰਮ ਕਾਂਡ ਕਰਕੇ। ਮੰਗਣਾ ਕੀ ਸੀ? ਪ੍ਰਾਣੀ ਏਕੋ ਨਾਮ ਧਿਆਓ। ਕਲਯੁਗ ਦੇ ਵਿੱਚ ਤੇ ਨਾਮ ਦੀ ਮਹਿਮਾ ਨਾ, ਨਾਮ ਕਿਹਨੇ ਮੰਗਿਆ ਹੈ? ਆਪਾਂ ਕਿਸੇ ਨੇ ਵੀ ਨਹੀਂ ਮੰਗਿਆ। ਨਿਤ ਮੰਗਦੇ ਆ ਧੀਆਂ ਪੁੱਤਾਂ ਦੇ ਸੁੱਖ, ਜੱਗ ਦੇ ਸੁੱਖ, ਪਦਾਰਥਾਂ ਦੇ ਸੁੱਖ। ਕਹਿੰਦੇ ਧਰਤੀ ਤੇ ਜਦੋਂ ਦੇਵੀ ਦੇਵਤੇ ਆਏ, ਉਹਨਾਂ ਆਪਣੀਆਂ ਵੰਸਾਂ ਚਲਾਈਆਂ। ਬ੍ਰਹਮਾ ਦੇ ਆਪਣੇ ਪੁੱਤਰ ਹੋ ਗਏ, 4 ਪੁੱਤਰ ਸੀ ਬ੍ਰਹਮਾ ਦੇ। 4 ਪੁੱਤਰਾਂ ਦਾ ਫਿਕਰ ਪੈ ਗਿਆ ਬ੍ਰਹਮਾ ਨੂੰ, ਦੁਨੀਆ ਬਣਾਉਣ ਵਾਲੇ ਨੂੰ, ਵੀ ਆਹ ਵੱਡੇ ਨੂੰ ਕਿੱਥੇ ਭੇਜਾਂ। ਹੁਣ ਨਾਂ ਕੀ ਨੇ? ਬਾਣੀ ਵੀ ਲਿਖਦੀ ਹੈ, ਸਨਕ, ਸਨੰਦਨ, ਸਨਾਤਨ, ਸਰਤ ਕੁਮਾਰ। ਬ੍ਰਹਮਾ ਦੇ 4 ਪੁੱਤਰ ਨੇ। ਹੁਣ ਬਾਣੀ ਨੇ ਇਸ਼ਾਰਾ ਦਿੱਤਾ, ਸਨਕ, ਸਨੰਦ, ਮਹੇਸ਼, ਸਮਾਨਾ, ਸ਼ੇਸ਼ ਨਾਗ ਤੇ ਮਰ ਨਾ ਜਾਣਾ। ਉਸ ਪਰਮਾਤਮਾ ਦਾ ਜ਼ਿਕਰ ਹੈ। ਤੈਨੂੰ ਸਨਕ, ਸਨੰਦ ਤੇ ਮਹੇਸ਼, ਸ਼ਿਵ ਵਰਗੇ, ਸ਼ੇਸ਼ ਨਾਗ ਵਰਗੇ ਰੱਬਾ ਜਾਣ ਨਹੀਂ ਸਕਦੇ, ਤੂੰ ਬੇਅੰਤ ਹੈ। ਇਨਹੁ ਨ ਮਹਿਮਾ ਨਾਮ ਬਿਠਾਰੇ, ਭਾਉ ਭਗਤ ਕੀ ਰੀਤ ਨ ਡਰੇ। ਪਰਮਾਤਮਾ ਜੀ ਨੇ ਧਰਤੀ ਨਾਲ ਗਿਲਾ ਕੀਤਾ। ਕਹਿੰਦੇ ਜਿਹਨੂੰ ਜਿਹਨੂੰ ਮੈਂ ਭੇਜਿਆ ਕਾਹਦੇ ਵਾਸਤੇ ਸੀ? ਨਾਮ ਜਪਾਉਣ ਵਾਸਤੇ ਭੇਜਿਆ ਸੀ। ਨਾਮ, ਕਹਿੰਦੇ ਸਭ ਨੇ ਆਪਣਾ ਹੀ ਨਾਮ ਜਪਾਇਆ, ਆਪਣਾ ਹੀ ਸਿੱਕਾ ਚਲਾਇਆ। ਬੰਦਗੀ ਕਿਸੇ ਨੇ ਨਹੀਂ ਕੀਤੀ, ਨਾ ਕਰਾਈ ਹੈ। ਆਪਣੀ ਕੀਤੀ ਹੋਈ ਬੰਦਗੀ ਦਾ ਕਹਿੰਦੇ ਨਜਾਇਜ਼ ਫਾਇਦਾ ਜ਼ਮਾਨੇ ਵਿੱਚ ਆ ਕੇ ਚੱਕਿਆ। ਕਰਾਮਾਤਾਂ ਵਿਖਾ ਦੁਨੀਆ ਪਿੱਛੇ ਲੱਗ ਗਈ। ਤੇ ਦੁਨੀਆ ਜਿਹੜੀ ਪਹਿਲਾਂ ਹੀ ਪਾਪ ਬੜੇ ਕਰਦੀ ਸੀ, ਰੱਬ ਤੋਂ ਇਹਨਾਂ ਨਾਲ ਜੁੜ ਕੇ ਹੋਰ ਦੂਰ ਹੋ ਗਈ। ਸੁਭਾਵਿਕ ਗੱਲਾਂ ਨੇ। ਜਿੰਨੇ ਜਿੰਨੇ ਐਡੀਸ਼ਨਲ ਧਰਮ ਆਉਂਦੇ ਜਾਣਗੇ ਨਾ, ਜਿੰਨੇ ਜਿੰਨੇ ਲੋਕ ਬਾਬਿਆਂ ਬੂਬਿਆਂ ਦੇ ਚੱਕਰ 'ਚ ਫਿਰਦੇ ਰਹਿਣਗੇ, ਉਹਨੇ ਅੱਖਾਂ ਤੋਂ ਅੰਨੇ, ਸੁਰਤ ਤੋਂ ਅੰਨੇ, ਉਹਨੇ ਮਾੜੇ ਕੰਮ ਕਰਨਗੇ। ਕਿਉਂਕਿ ਹਰ ਬੰਦਾ ਆਪਣੀ ਵੱਖਰੀ ਪਛਾਣ ਬਣਾਉਣ ਵਾਸਤੇ ਮਾੜੇ ਚੰਗੇ ਕਰਮ ਕਰਾਉਂਦਾ ਹੈ। ਤੇ ਉਹ ਕਰਮ ਉਹ ਹੁੰਦੇ ਜਿਹੜੇ ਰੱਬ ਨੂੰ ਨਹੀਂ ਪਾਉਂਦੇ, ਪਰਮਾਤਮਾ ਨੂੰ ਚੰਗੇ ਨਹੀਂ ਲੱਗਦੇ। ਜਦੋਂ ਸਾਰਾ ਕੁਝ ਪਰਮਾਤਮਾ ਨੇ ਧਰਤੀ ਨੂੰ ਦੱਸਿਆ, ਕਹਿੰਦੇ ਭੇਜਾਂ ਕਿਹਨੂੰ? ਆਪ ਆਏ ਬਿਨਾਂ ਤੇ ਸਰਨਾ ਨਹੀਂ।
ਜਿਹਨੂੰ ਜਿਹਨੂੰ ਵੀ ਭੇਜਿਆ ਉਹਨੂੰ ਭੇਜਿਆ ਸੀ ਵੀ ਨਾਮ ਜਪਾ ਤਾਂ ਜੋ ਧਰਤੀ ਦਾ ਭਾਰ ਹਲਕਾ ਹੋਵੇ, ਪਰ ਨਹੀਂ ਹਲਕਾ ਕੀਤਾ, ਦੁੱਗਣਾ ਭਾਰ ਪਾਇਆ ਏ। ਜਿਉ ਹੋਵਤ ਅਵਲੰਬਤ ਛੋਨੀ, ਇਉ ਵਿਚਾਰ ਬੋਲੀ ਜਗ ਜੋਨੀ। ਜਗਤ ਦੇ ਮਾਲਕ ਰਚਨਹਾਰ ਪਰਮੇਸ਼ਵਰ ਕਹਿੰਦੇ ਧਰਤੀ ਤੂੰ ਦੱਸ ਕੀ ਕਰੀਏ। ਉਹਨੂੰ ਵੀ ਮੌਕਾ ਦੇ ਰਹੇ ਨੇ, ਅਰਦਾਸ ਕਰਨ ਵਾਲੇ ਨੂੰ। ਧਰਤੀ ਕਹਿੰਦੀ ਵਾਹਿਗੁਰੂ ਹੁਣ ਤਾਂ ਜੇ ਤੁਸੀਂ ਆ ਜਾਓ ਤੇ ਚੰਗਾ ਹੀ ਆਖੋ ਸਤਿਨਾਮ। ਹੁਣ ਨਹੀਂ ਜਰਿਆ ਜਾਂਦਾ। ਬੜੇ ਆਏ, ਮੈਂ ਬੜਿਆਂ ਵੱਲ ਵੇਖਿਆ, ਕਿਸੇ ਨੇ ਮਹਾਭਾਰਤ ਦਾ ਯੁੱਧ ਲਾ ਲਿਆ, ਕਤਲੇਆਮ ਹੀ ਕਤਲੇਆਮ, ਕਿਸੇ ਨੇ ਕੁਛ ਕਰਤਾ, ਕਿਸੇ ਨੇ ਕੁਛ ਕਰਤਾ। ਕੋਈ ਆਪਸੀ ਵੈਰ ਵਿਰੋਧ ਚੱਲਦੇ ਰਹੇ ਆ ਨਾ। ਕਰਨਾ ਕੀ ਸੀ? ਨਾਮ ਜਪਾਉਣਾ ਸੀ, ਚੰਗੇ ਰਾਹ ਦੁਨੀਆ ਨੂੰ ਪਾਉਣਾ ਸੀ, ਮਨੁੱਖ ਬਣਾਉਣਾ ਸੀ। ਕਿਸੇ ਨੇ ਚੰਗਾ ਕੰਮ ਕੀਤਾ ਨਾ। ਨਾਮ ਕੀਰਤਨ ਬਿਥਰਹੁ ਜਬ ਹੀ, ਤੋਜ ਅਵਲੰਬ ਹੋਏ ਹੈ ਤਬ ਹੀ। ਉਸ ਵੇਲੇ ਧਰਤੀ ਕਹਿੰਦੀ ਦਾਤਾ ਜੀ ਸਤਜੁਗ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਨਾਮ ਨਹੀਂ ਜਪਿਆ। ਉਹੀ ਤੇ ਵੱਡਾ ਸੀ। ਨਾਮ ਦੇ ਸਹਾਰੇ ਧਰਤੀ ਹੈ। ਕੋਈ ਕਹਿੰਦਾ ਧਰਤੀ ਪਾਣੀ 'ਚ ਹੈ, ਕੋਈ ਕਹਿੰਦਾ ਆਕਾਸ਼ 'ਚ ਘੁੰਮਦੀ ਆ। ਕਿਹਦੇ ਭੈ 'ਚ ਚੱਲਦੇ ਆ? ਨਾਮ ਦੇ ਭੈ ਵਿੱਚ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਬਾਣੀ ਦੇ ਬਚਨ ਨੇ ਸੁਖਮਨੀ ਸਾਹਿਬ ਕਹਿੰਦੇ ਆ ਨਾਮ ਦੇ ਤਾਗੇ ਵਿੱਚ ਪਰੋਏ ਹੋਏ ਨੇ ਖੰਡ ਬ੍ਰਹਿਮੰਡ ਜੋ ਕੁਝ ਵੀ ਚੱਲਦਾ ਹੈ। ਜੇ ਅੱਜ ਕੋਈ ਆਵਾਜ਼ ਵੀ ਬ੍ਰਹਿਮੰਡ ਵਿੱਚੋਂ ਆਉਂਦੀ ਤੇ ਉਹ ਵੀ ਪਰਮੇਸ਼ਰ ਦੇ ਨਾਮ ਦੀ ਹੈ। ਗੱਲ ਅਲੱਗ ਹੈ ਵੀ ਸਾਡੀ ਸੁਰਤ ਉੱਥੇ ਤੱਕ ਨਹੀਂ ਅਜੇ ਗਈ। ਅਜੇ ਤੇ ਸਾਨੂੰ ਇਹ ਨਹੀਂ ਪਤਾ ਵੀ ਆਹ ਗਾਲਾਂ ਕੱਢਦਾ ਕਿ ਪਾਠ ਕਰਦਾ, ਬੁੱਲ ਹਲਾਉਂਦਾ ਜਿਹੜਾ, ਇਹ ਨਹੀਂ ਪਤਾ। ਕਿਉਂਕਿ ਅਸੀਂ ਆਪਣੇ ਬਾਰੇ ਕੁਝ ਨਹੀਂ ਜਾਣਦੇ, ਦੂਜੇ ਬਾਰੇ ਕੀ ਜਾਣਾਂਗੇ। ਸਾਨੂੰ ਆਪਣੇ ਆਪ ਦਾ ਨਹੀਂ ਪਤਾ ਘੜੀ 'ਚ ਕੀ ਕਰ ਦੇਣਾ ਅਸੀਂ। ਸੋਚ ਕੀ ਰਹੇ ਆ, ਕਰਾਂਗੇ ਕੀ। ਧਰਮ ਦੀ ਦੁਨੀਆ 'ਚ ਹੀ ਬੈਠੇ ਬੈਠੇ ਮਾੜੇ ਖਿਆਲ ਆਈ ਜਾਂਦੇ। ਗੁਰੂ ਘਰ ਬੈਠੇ ਲੋਕਾਂ ਦਾ ਬੁਰਾ ਸੋਚੀ ਜਾਂਦੇ, ਚੰਗਾ ਕਿੱਥੋਂ ਸੋਚਾਂਗੇ। ਉਸ ਪਰਮਾਤਮਾ ਦੇ ਸਨਮੁਖ ਧਰਤੀ ਕਹਿੰਦੀ ਦਾਤਾ ਜੀ ਨਾਮ ਤੇ ਲੋਕ ਭੁੱਲ ਗਏ ਆ। ਨਾ ਪੰਡਤ ਜਪਾਉਂਦੇ, ਨਾ ਮੁੱਲਾਂ ਜਪਾਉਂਦੇ, ਨਾ ਸਾਧੂ ਜਪਾਉਂਦੇ, ਨਾ ਜੋਗੀ ਜਪਾਉਂਦੇ, ਨਾ ਦਿਗੰਬਰ ਜਪਾਉਂਦੇ। ਕੀ ਜੀ ਗੱਲ ਕਰਾਂ। ਜਿੰਨੇ ਦੇਵੀ ਦੇਵਤੇ ਆਏ ਸਭ ਨਾਮ ਤੋਂ ਹੀ ਨੇ ਸਨ। ਜਾਂ ਤੇ ਪ੍ਰਗਟਾਵੋ ਜਗ ਆਈ, ਮੋਹ ਬਿਨ ਹੋਤ ਨਾ ਆਨ ਉਪਾਈ। ਪਰਮਾਤਮਾ ਪਰਮੇਸ਼ਰ ਨੇ ਜਦੋਂ ਸਾਰੇ ਦੁੱਖ ਸੁਣੇ ਨਾ, ਕਾਰਨ ਸੁਣ ਲਏ, ਪਤਾ ਕੀ ਕਹਿਣ ਲੱਗੇ ਧਰਤੀਏ ਫਿਰ ਸਾਨੂੰ ਆਪ ਹੀ ਮਨੁੱਖਾ ਸਰੀਰ ਵਿੱਚ ਆਉਣਾ ਪੈਣਾ। ਆਖੋ ਸਤਿਨਾਮ। ਹੁਣ ਨਹੀਂ ਭੇਜਣਾ। ਸੁਭਾਵਿਕ ਗੱਲ ਹੈ। ਆਪਣੇ ਘਰ ਦਾ ਕੰਮ ਸੀ, ਆਪਾਂ ਆਪਣਾ ਬੱਚਾ ਭੇਜਿਆ ਜਾਂ ਕਰਾਇਆ, ਉਹ ਗਲਤ ਕਰਿਆ। ਫਿਰ ਨੌਕਰ ਭੇਜਿਆ ਕਰਾਇਆ, ਉਹ ਵੀ ਗਲਤ ਕਰਿਆ। ਫਿਰ ਭਰਾ ਨੂੰ ਕਿਹਾ ਤੂੰ ਕਰਾਇਆ ਠੀਕ, ਉਹ ਵੀ ਕਰਾਇਆ। ਅੱਕ ਕੇ ਬੰਦਾ ਪਤਾ ਕੀ ਕਹਿੰਦਾ, ਰਹਿਣ ਦੋ ਯਾਰ ਮੈਂ ਆਪ ਹੀ ਚੱਲਿਆ, ਮੈਨੂੰ ਹੀ ਕਰਾਉਣਾ ਪੈਣਾ। ਜਦ ਦੁਨੀਆ ਤੇ ਪਰਮਾਤਮਾ ਨੇ ਸਭ ਨੂੰ ਭੇਜਿਆ, ਸਭ ਨੇ ਆਪਣੇ ਆਪਣੇ ਕਰਮ ਕਾਂਡ ਆਪਣੀ ਆਪਣੀ ਸੋਚੀ ਰੱਖੀ, ਮੈਨੂੰ ਰੱਬ ਨੇ ਭੇਜਿਆ ਮੈਂ ਮਹਾਨ। ਵਿਸ਼ੇਸ਼ਤਾ ਹੋ ਗਈ ਨਾ। ਤੇ ਪਰਮਾਤਮਾ ਜੀ ਕਹਿੰਦੀ ਹੁਣ ਫਿਰ ਆਪ ਆਉਣਾ ਪੈਣਾ ਹੈ। ਕੱਲ ਮਲ ਹੋਈ ਮੇਦਨੀ ਅਰਦਾਸ ਕਰੇ ਲਿ ਬੁਲਾਏ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਪਠਾਇਆ ਦਾ ਅਰਥ ਹੁੰਦਾ ਭੇਜਣਾ। ਗੁਰੂ ਨਾਨਕ ਸਾਹਿਬ ਨੂੰ ਭੇਜਿਆ ਅਕਾਲ ਪੁਰਖ ਨੇ। ਭੇਜਿਆ ਕਿਉਂ ਜੀ? ਉਹ ਤੇ ਕਹਿੰਦੇ ਮੈਂ ਆਪ ਆਉਣਾ। ਇੱਕ ਪਾਸੇ ਕਹਿੰਦੇ ਗੁਰੂ ਨਾਨਕ ਜਗ ਮਾਹੇ ਪਠਾਇਆ, ਦੂਜੇ ਪਾਸੇ ਲਿਖਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਭੂ। ਹੁਣ ਜਿਹੜਾ ਮੇਰੇ ਵਰਗਾ ਵਿਚਾਰਾ ਕਿਤਾਬੀ ਕੀੜਾ ਉੱਤੇ ਚੱਕਰਾਂ 'ਚ ਹੀ ਪੈ ਗਿਆ ਵੀ ਨਾਲੇ ਕਹਿੰਦੇ ਰੱਬ ਆਪ ਆਇਆ, ਨਾਲੇ ਕਹਿੰਦੇ ਪਰਮਾਤਮਾ ਨੇ ਭੇਜਿਆ। ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਲਿਖਦੇ ਆ, ਕਹਿੰਦੇ ਭਾਈ ਜੋ ਹਮਕੋ ਪਰਮੇਸ਼ਰ ਉਚਰਾ ਹੈ ਤੇ ਸਭ ਨਰਕ ਕੁੰਡ ਨੂੰ ਕਰੇ। ਵੀ ਜਿਹੜਾ ਮੈਨੂੰ ਰੱਬ ਕਹੂ ਨਰਕਾਂ ਨੂੰ ਜਾਊ। ਇਹ ਤੇ ਨਿਮਰਤਾ ਦੇ ਬੋਲ ਨੇ ਵੀ ਸਾਨੂੰ ਤੇ ਉਸ ਅਕਾਲ ਨੇ ਭੇਜਿਆ, ਪਰਮਾਤਮਾ ਨੇ ਭੇਜਿਆ। ਕਿ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਨਾਨਕ ਸਾਹਿਬ ਅਲੱਗ ਅਲੱਗ ਨੇ? ਜੇ ਅਲੱਗ ਨੇ ਫਿਰ ਝੂਠ ਕਿਉਂ? ਜੇ ਇੱਕ ਨੇ ਤੇ ਫਿਰ ਰੱਬ ਇਹ ਕਿਉਂ ਕਹਿੰਦਾ ਵੀ ਗੁਰੂ ਨਾਨਕ ਨੂੰ ਪਠਾਇਆ, ਭੇਜਿਆ? ਜੇ ਭੇਜਿਆ ਫਿਰ ਉਹ ਆਪ ਕਿਵੇਂ ਆ ਗਿਆ? ਦੋਨੋਂ ਚੀਜ਼ਾਂ ਅਲੱਗ ਅਲੱਗ ਨੇ ਨਾ। ਇੱਕ ਭੇਜਣਾ ਹੁੰਦਾ, ਇੱਕ ਆਪ ਜਾਣਾ ਹੁੰਦਾ। ਤੁਸੀਂ ਕਿਸੇ ਨੂੰ ਭੇਜ ਰਹੇ ਹੋ ਆਪਣੀ ਥਾਂ ਤੇ, ਉਹ ਅਲੱਗ ਵਿਸ਼ਾ ਹੈ। ਤੁਸੀਂ ਆਪ ਜਾ ਰਹੇ ਹੋ, ਉਹ ਅਲੱਗ ਚੀਜ਼ ਹੈ। ਦੋਨੋਂ ਅਲੱਗ ਅਲੱਗ ਡਾਇਰੈਕਸ਼ਨਾਂ ਨੇ। ਹੁਣ ਇਹ ਚੀਜ਼ ਨੂੰ ਸਮਝਣ ਵਾਸਤੇ ਥੋੜਾ ਗਹਿਰਾ ਹੋਣਾ ਪੈਣਾ, ਡੂੰਘਾ ਹੋਣਾ ਪੈਣਾ। ਭਾਈ ਗੁਰਦਾਸ ਦੇ ਬਚਨ ਨੇ ਇਹ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਹੈ। ਅਕਾਲ ਪੁਰਖ ਪਰਮਾਤਮਾ ਸੋਚਦੇ ਆ ਸਾਨੂੰ ਆਪ ਸ੍ਰਿਸ਼ਟੀ ਤੇ ਜਾਣਾ ਪੈਣਾ। ਬਣਾਉਣ ਵਾਲਾ ਵੀ ਤੁਸੀਂ ਕੋਈ ਕਿਸੇ ਬ੍ਰਾਂਡ ਦੀ ਕੋਈ ਮਸ਼ੀਨ ਖਰੀਦ ਲਓ, ਗੱਡੀ ਖਰੀਦ ਲਓ ਮਹਿੰਗੀ, ਜਦੋਂ ਬਾਹਰ ਕਿਸੇ ਵੀ ਮਕੈਨਿਕ ਦੇ ਕੋਲੋਂ ਠੀਕ ਨਾ ਹੋਵੇ ਤੇ ਉਹ ਕੀ ਕਹਿੰਦੇ? ਕਹਿੰਦੇ ਕੰਪਨੀ ਲੈ ਜਾਓ।
ਵੀ ਜਿਹਨੇ ਮੈਨੂਫੈਕਚਰ ਕੀਤਾ ਹੈ, ਜਿਨ੍ਹਾਂ ਨੇ ਬਣਾਇਆ, ਉਹਨਾਂ ਨੂੰ ਪਤਾ ਹੋਣਾ ਇਹ 'ਚ ਕਮੀ ਪੇਸ਼ੀ ਕੀ ਹੈ। ਤੇ ਜਦ ਵੀ ਕਿਸੇ ਗੱਡੀ ਵਿੱਚ, ਭਾਵੇਂ ਉਹ ਬਾਹਰ ਦੀ ਹੈ, ਲੋਕਲ ਇੱਕ ਜਸਟ ਸਮਝਣ ਵਾਸਤੇ, ਕੋਈ ਇਹੋ ਜਿਹੀ ਗਲਤ ਚੀਜ਼ ਆ ਜਾਂਦੀ ਹੈ, ਕੋਈ ਗੜਬੜ ਆ ਜਾਂਦੀ ਹੈ, ਤੇ ਕੰਪਨੀ ਦੀ ਭਾਵੇਂ 10 ਲੱਖ ਗੱਡੀ ਹੋਵੇ ਇੰਡੀਆ 'ਚੋਂ, ਵਾਪਸ ਮੰਗਾ ਲੈਂਦੀ ਹੈ ਵੀ ਲੈ ਆਓ ਭਾਈ, ਠੀਕ ਕਰੀਏ, ਪਾਰਟ ਚੇਂਜ ਕਰਨਾ ਹੈ। ਕਿਉਂ ਕਰਦੇ? ਉਹਨਾਂ ਨੂੰ ਪਤਾ ਬਾਹਰ ਕਿਸੇ ਧੋਣਾ ਨਹੀਂ ਹੈ। ਇਹ ਸਾਡੀ ਹੀ ਖਰਾਬੀ ਹੈ ਤੇ ਅਸੀਂ ਠੀਕ ਕਰ ਸਕਦੇ ਹਾਂ। ਜਿਹਨੇ ਜੋ ਬਣਾਇਆ ਉਹਨੂੰ ਪਤਾ ਹੈ ਠੀਕ ਕਿੱਥੋਂ ਹੋਣਾ ਹੈ। ਦੇਵੀ ਦੇਵਤੇ ਭੇਜੇ ਪਰਮਾਤਮਾ ਨੇ, ਪੈਗੰਬਰ ਭੇਜੇ, ਈਸਾ ਮੂਸਾ ਕਿੰਨੇ ਆਏ ਇੱਥੇ, ਕਿੰਨੇ ਨਬੀ ਆਏ, ਕਿੰਨੇ ਸਾਧੂ ਆਏ। ਕਿਹਦਾ ਜ਼ਿਕਰ ਕਰੀਏ, 11 ਤਰ੍ਹਾਂ ਦੇ ਸ਼ਿਵ ਜੀ ਧਰਤੀ ਤੇ ਆਏ ਨੇ। 11 ਰੁਦਰ ਕਹਿੰਦੇ ਨੇ ਜਿਹਨਾਂ 33 ਕਰੋੜ ਦੇਵੀ ਦੇਵਤਾ ਇੱਕ ਦਿਨ 'ਚ ਨਹੀਂ ਆ ਗਏ, ਭੇਜੇ ਗਏ ਧਰਤੀ ਤੇ ਬਾਹਰ। ਕਿਸੇ ਨੇ ਪਰਮੇਸ਼ਰ ਦਾ ਨਾਮ ਜਪਾਇਆ ਨਹੀਂ। ਧਰਮ ਧਾਮ ਤਰ ਧੀਰਜ ਦੋਨੋਂ, ਪਾਏ ਅਲੰਬ ਹੋਏ ਦੁੱਖ ਛੀਨੋ। ਅਕਾਲ ਪੁਰਖ ਹੱਸ ਕੇ ਕਹਿੰਦੇ ਧਰਤੀਏ, ਚਿੰਤਾ ਨਾ ਕਰ, ਕੁਛ ਦਿਨਾਂ, ਮਹੀਨਿਆਂ, ਸਾਲਾਂ ਦੇ ਵਿੱਚ ਤੇਰੇ ਦੁੱਖ ਕੱਟ ਦਿਆਂਗੇ। ਦੁਨੀਆ ਨਾਮ ਵੀ ਜਪੂਗੀ, ਪਰ ਇਹਦੇ ਲਈ ਆਪ ਆਉਣਾ ਪੈਣਾ ਹੈ, ਆਪ। ਕਿਉਂਕਿ ਇਹ ਦੁਨੀਆ ਐਡੀ ਘਾਤਕ ਹੈ, ਇਹਨੇ ਰੱਬ ਨੂੰ ਵੀ ਨਹੀਂ ਬਖਸ਼ਿਆ। ਆਪਾਂ ਕਿਹੜੇ ਭਾਗ ਦੀ ਹੋਈ ਆ? ਅਸੀਂ ਕੀ ਜਿੱਤਾਂਗੇ ਦੁਨੀਆ ਨੂੰ? ਅਸੀਂ ਤਾਂ ਐਵੇਂ ਲੜਦੇ ਫਿਰਦੇ, ਆਂਢ ਗੁਆਂਢ 'ਚ ਮੇਰੇ ਜਿੰਨਾ ਸਿਆਣਾ ਕੋਈ ਨਹੀਂ, ਜੋ ਮੈਂ ਕਰ ਲਿਆ ਉਹੀ ਹੋਣਾ ਚਾਹੀਦਾ। ਨਹੀਂ ਨਹੀਂ, ਇੱਥੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੀ ਚੱਕੀਆਂ ਵਸਾਈਆਂ। ਇੱਥੇ ਤੇ ਗੁਰੂ ਸਾਹਿਬ ਨੂੰ ਵੀ ਕੈਦ ਵਿੱਚ ਰੱਖਿਆ ਗਿਆ। ਨਹੀਂ ਰੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ, ਨਹੀਂ ਰੱਖਿਆ ਕੈਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ, ਕਿ ਨਹੀਂ ਰੱਖਿਆ ਗਿਆ ਕੈਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ? ਦੁਨੀਆ ਹੈ ਜਨਾਬ, ਇਹ ਕਿਸੇ ਦੀ ਮਿੱਤ ਨਹੀਂ ਹੈ। ਇਹਨੇ ਤੇ ਆਪਣੇ ਜੰਮਿਆਂ ਨੂੰ ਨਹੀਂ ਬਖਸ਼ਿਆ। ਮਾਇਆ ਵਾਲਾ ਮਾਇਆ ਹੋਏ ਨਾਗਣੀ, ਜਗ ਕਰ ਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਜਿਵੇਂ ਸੱਪਣੀ ਆਪਣੇ ਜਾਇਆ ਨੂੰ ਖਾ ਲੈਂਦੀ ਹੈ, ਆਂਡਿਆਂ ਨੂੰ ਮਾਰ ਕੇ ਕੁੱਟਣ, ਇਹ ਮਾਇਆ, ਇਹ ਸੰਸਾਰ ਆਪਣੇ ਜੰਮਿਆਂ ਨੂੰ, ਜਾਇਆ ਨੂੰ ਖਾ ਲੈਂਦੀ, ਆਪਣੇ ਵਿਚਾਰ ਬਣਾ ਕੇ ਆਪ ਹੀ ਫਸ ਜਾਂਦਾ ਹੈ। ਮੱਕੜੀ ਵਾਲਾ ਹਾਲ ਹੈ। ਇਸ ਦੁਨੀਆ ਨੇ ਰੱਬ ਦੇ ਪਿਆਰਿਆਂ ਨੂੰ ਵੀ ਕਦੇ ਬਖਸ਼ਿਆ ਨਹੀਂ। ਸੁਣ ਕਰ ਗਿਰਾ ਗਗਨ ਕੀ ਸੋਨੀ, ਔਰ ਕਰ ਪਰਮ ਹਰਖ ਮੁਖ ਮੋਨੀ। ਕਹਿੰਦੇ ਜਿਸ ਵੇਲੇ ਧਰਤੀ ਨੇ ਅਕਾਲ ਪੁਰਖ ਦੀ ਆਕਾਸ਼ ਬਾਣੀ ਪਰਮਾਤਮਾ ਦੀ ਸੁਣੀ, ਬੜੀ ਖੁਸ਼ ਹੋਈ, ਹਿਰਦੇ 'ਚ ਸ਼ਾਂਤੀ ਆ ਗਈ, ਧੀਰਜ ਆ ਗਿਆ, ਹੌਸਲਾ ਆ ਗਿਆ। ਜਿਵੇਂ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਕੋਈ ਬਿਮਾਰ ਹਸਪੀਟਲ ਪਿਆ ਹੋਵੇ ਤੇ ਉਹਨੂੰ ਆਖੋ ਤੂੰ ਠੀਕ ਹੈ, ਤੈਨੂੰ ਛੁੱਟੀ ਮਿਲ ਜਾਣੀ ਕੱਲ੍ਹ ਨੂੰ। ਸੱਚੀ ਉਹਦੀ ਉਹ ਰਾਤ ਕਿੰਨੀ ਖੁਸ਼ੀ ਵਾਲੀ ਹੁੰਦੀ ਹੈ। ਦੁਨੀਆ ਤੇ ਇੰਨੀ ਖੁਸ਼ੀ ਬੰਦੇ ਨੂੰ ਕਦੇ ਨਹੀਂ ਮਿਲ ਸਕਦੀ ਜਿੰਨੀ ਇੱਕ ਲਾ ਇਲਾਜ ਬਿਮਾਰੀ ਵਿੱਚ, ਬਿਮਾਰੀ ਠੀਕ ਹੋਣ ਤੋਂ ਬਾਅਦ ਘਰ ਜਾਣ ਦੀ ਖੁਸ਼ੀ ਬੰਦੇ ਨੂੰ ਹੁੰਦੀ ਹੈ। ਅੱਜ ਜਗ ਦੀਆਂ ਖੁਸ਼ੀਆਂ ਦੇ ਬਰਾਬਰ ਕੁਛ ਨਹੀਂ। ਪੁੱਛੋ ਉਹਨੂੰ ਜ਼ਿੰਦਗੀ ਕੀ ਹੈ ਜਿਹਨੇ ਦੁੱਖ ਕੱਟੇ ਆ। ਹੁਣ ਅਕਾਲ ਪੁਰਖ ਦਾ ਬਚਨ ਸੁਣ ਕੇ ਧਰਤੀ ਨੂੰ ਹੌਸਲਾ ਹੋ ਗਿਆ, ਧੀਰਜ ਹੋਇਆ, ਖੁਸ਼ੀ ਦੇ ਅਥਰੂ ਆ ਗਏ। ਜਗ ਮੇ ਰਗਵਰ ਕੁਲ ਅਕਲੰਕਾ, ਪਰਟਿਓ ਬੇਦੀ ਕਮੁਦਮ ਅੰਕਾ। ਤੇ ਫਿਰ ਉਸ ਪਰਮਾਤਮਾ ਨੇ ਧਰਤੀ ਦੇ ਤਾਂ ਹੀ ਇਹ ਹੁਕਮ ਕੀਤਾ ਸੀ, ਕਹਿੰਦੇ ਅਸੀਂ ਆਪ ਆਵਾਂਗੇ, ਬੇਦੀਆਂ ਦੀ ਕੁਲ ਵਿੱਚ ਆਵਾਂਗੇ। ਬੇਦੀ ਕੁਲ ਕਿਉਂ ਚੂਜ਼ ਕੀਤੀ ਗਈ? ਅੱਜ ਤੇ ਇਹਨਾਂ ਚੀਜ਼ਾਂ ਨੂੰ ਸਿੱਧੇ ਕਰਕੇ ਏਜੰਸੀਆਂ ਪਤਾ ਕੀ ਕਹਿੰਦੀਆਂ, ਕਹਿੰਦੇ ਤੁਸੀਂ ਸਾਡੇ ਹੀ ਹੋ, ਆ ਵੇਖੋ ਸਾਡਿਆਂ ਦੀ ਕੁਲ ਚੋਂ ਨਿਕਲੇ ਆ ਤੁਸੀਂ। ਪਿਆਰਿਓ, ਇਹਨਾਂ ਚੀਜ਼ਾਂ 'ਚ ਨਹੀਂ ਪੈਣਾ। ਇਹ ਬਹੁਤ ਅਲੱਗ ਚੀਜ਼ਾਂ ਨੇ, ਬੜੀਆਂ ਘਾਤਕ ਨੇ, ਬੜੀਆਂ ਮਾਰੂ ਨੇ। ਕਿਉਂਕਿ ਅਸੀਂ ਆ ਸਿੱਧੇ ਲੋਕ, ਸਾਨੂੰ ਧਰਮ ਦੀ ABC ਵੀ ਨਹੀਂ ਆਉਂਦੀ। ਜਦ ਕੋਈ ਬੰਦਾ ਲੱਛੇਦਾਰ ਦੀਆਂ ਗੱਲਾਂ ਸਾਡੇ ਕੋਲ ਆ ਕੇ ਕਰ ਜਾਂਦਾ, ਸਾਨੂੰ ਲੱਗਣ ਲੱਗ ਜਾਂਦਾ ਵੀ ਯਾਰ ਗੱਲ ਤੇ ਸਹੀ ਹੈ। ਕਿਉਂਕਿ ਸਾਡੀ ਇੰਨੀ ਸੁਰਤ ਨਹੀਂ, ਇੰਨੀ ਸੋਝੀ ਨਹੀਂ, ਇੰਨੇ ਗਹਿਰੇ ਨਹੀਂ ਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਕਿਸੇ ਜਾਤ, ਕਿਸੇ ਪਰਿਵਾਰ, ਕਿਸੇ ਬੰਧਨ ਵਿੱਚ ਬੱਧਿਆ ਨਹੀਂ ਹੋਇਆ। ਪਰਮੇਸ਼ਰ ਜੀ ਕਹਿਣ ਲੱਗੇ ਧਰਤੀ ਹੈ, ਸਾਨੂੰ ਆਪ ਮਨੁੱਖਾ ਸਰੀਰ ਵਿੱਚ ਆਉਣਾ ਪੈਣਾ ਹੈ। ਬੰਦੇ ਨੂੰ ਬੰਦਾ ਬਣਾਉਣ ਵਾਸਤੇ ਬਸ ਬੰਦਾ ਹੀ ਕਾਫੀ ਆ। ਆਖੋ ਸਤਿਨਾਮ। ਤੁਹਾਨੂੰ ਸ਼ੇਰ ਚੇਤਾ ਬਘੇਰਾ ਇਹ ਥੋੜਾ ਬਦਲ ਦੇਣਗੇ, ਕੌਣ ਬਦਲੂ ਤੁਹਾਨੂੰ? ਬੰਦੇ ਨੂੰ ਬੰਦਾ ਹੀ ਸਮਝਾਉਂਦਾ। ਹੁਣ ਪਹਿਲਾਂ ਜਿੰਨੇ ਵੀ ਦੇਵੀ ਦੇਵਤੇ ਆਏ ਆ, ਭਾਵੇਂ ਮਨੁੱਖਾ ਸਰੀਰ ਵਿੱਚ ਸੀ, ਕੋਈ ਕਿਸੇ ਰੂਪ ਦੇ ਵਿੱਚ ਸੀ, ਨਹੀਂ ਗੱਲ ਬਣੀ, ਭਾਵੇਂ ਉਹ ਆ ਮਨੁੱਖ ਸਨ, ਪਰ ਪਰਮਾਤਮਾ ਕਹਿੰਦੇ ਮੈਨੂੰ ਇਸ ਰੂਪ ਵਿੱਚ ਆਪ ਹੀ ਆਉਣਾ ਪੈਣਾ, ਆਪ ਆਉਣਾ ਪੈਣਾ। ਹੁਣ ਆਪ ਜੀ ਨੇ ਸੁਣਿਆ ਵੀ ਭਾਈ ਗੁਰਦਾਸ ਤੇ ਕਹਿੰਦੇ ਗੁਰੂ ਨਾਨਕ ਜਗ ਮਾਹੇ ਪਠਾਇਆ, ਬਾਣੀ ਵੀ ਕਹਿੰਦੀ ਵੀ ਭੇਜਿਆ ਸੱਚੀ ਭੇਜਿਆ। ਨਿਰੰਕਾਰ ਨੇ ਆਪਣਾ ਆਕਾਰ ਭੇਜਿਆ। ਦੋ ਤਰ੍ਹਾਂ ਦਾ ਰੱਬ ਹੈ, ਰੱਬ ਇੱਕੋ ਹੀ ਹੈ, ਦੋ ਰੂਪਾਂ 'ਚ ਲਿਖਿਆ, ਇੱਕ ਨਿਰਗੁਣ ਤੇ ਦੂਜਾ ਸਰਗੁਣ।
ਸਰਗੁਣ ਸਰੂਪ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਤੇ ਆਏ ਆ ਤੇ ਨਿਰਗੁਣ ਸਰੂਪ ਨੇ ਭੇਜੇ ਆ ਆਪਣੀ ਅੰਤਰਾਤਮਾ। ਹੁਣ ਆਪਾਂ ਇੱਥੇ ਬੈਠੇ ਆ, ਸਾਡਾ ਕੋਈ ਮਿੱਤਰ ਕੈਨੇਡਾ ਅਮਰੀਕਾ ਰਹਿੰਦਾ ਹੈ, ਅਸੀਂ ਉਹਦੇ ਘਰ ਕਿਤੇ ਸਾਲ 6 ਮਹੀਨੇ ਲਾ ਕੇ ਆਏ ਹੋਏ ਬੈਠੇ ਤੇ ਅਸੀਂ ਇੱਥੇ ਆ, ਗੱਲਾਂ ਗੱਲਾਂ 'ਚ ਸਾਡੀ ਸੁਰਤ ਉੱਥੇ ਪਹੁੰਚ ਗਈ, ਉਹਦੇ ਵਿਹੜੇ 'ਚ ਤੁਰੀ ਫਿਰਦੀ ਹੈ, ਖਿਆਲਾਂ ਕਰਕੇ ਅਸੀਂ ਉਹਦੇ ਘਰ ਗੇੜਾ ਲਾਇਆ, ਉਹਦੇ ਨਾਲ ਘੁੰਮਦੇ ਫਿਰਦੇ ਆ। ਇਹ ਕੀ ਹੈ? ਇਹ ਸਾਡਾ ਸੂਖਸ਼ਮ ਸਰੀਰ ਹੈ ਜੋ ਉਸ ਵੇਲੇ ਬੈਠੇ ਅਸੀਂ ਇੱਥੇ ਆ ਤੇ ਸੂਖਸ਼ਮ ਸਰੀਰ ਕਰਕੇ ਅਸੀਂ ਉਹਦੇ ਨਾਲ ਘੁੰਮ ਰਹੇ ਹਾਂ, ਉਹਦੇ ਨਾਲ ਫਿਰਦੇ ਹਾਂ। ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਨੇ ਆਪਣਾ ਸਰਗੁਣ ਸਰੀਰ ਭੇਜਣਾ ਹੈ ਜਿਹਦੇ ਵਿੱਚ ਨਿਰਗੁਣ ਦੇ ਗੁਣ ਹੋਣਗੇ, ਜੋ ਪਰਿਵਾਰਵਾਦ ਤੋਂ ਅਲੱਗ ਹੋਏਗਾ, ਜਿਸ ਤੇ ਪਰਿਵਾਰ ਦਾ ਮੋਹ ਨਹੀਂ ਹੈ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਮੰਨ ਲਓ ਕਹਿੰਦੇ ਆ ਨਾ ਜੀ ਰਾਮਚੰਦਰ ਦੀ ਕੁੱਲ ਹੈ ਜੀ ਇਹ ਬੇਦੀ ਵੰਸ਼, ਉਹਨਾਂ ਤੋਂ ਜੰਮੇ, ਜੇ ਉਹਨਾਂ ਤੋਂ ਜੰਮੇ ਨੇ, ਜੇ ਸੱਚਮੁੱਚ ਉਹੀ ਨੇ, ਫਿਰ ਜਨੇਊ ਪਾ ਲੈਣਾ ਸੀ ਉਹਨਾਂ ਨੇ ਵੀ ਭਾਈ ਸਾਡੇ ਵੱਡ ਵਡੇਰੇ ਪਾਉਂਦੇ ਰਹੇ, ਅਸੀਂ ਕਿਉਂ ਵਿਰੋਧ ਕਰੀਏ। ਉੱਥੇ ਤੇ ਮਹਾਰਾਜ ਕਹਿੰਦੇ ਕੋਹੇ ਬੱਕਰਾਰੇ ਨਖਾਇਆ ਸਭ ਕੋ ਆਖਿਆ ਭਾਈ, ਕਹਿੰਦੇ ਆ ਖਾਣ ਪੀਣ ਦੇ ਢੰਗ ਰਚੇ ਹੋਏ ਪੰਡਤ ਜੀ, ਆ ਜਨੇਊ ਕਿਹੜਾ ਏ? ਸਾਰੇ ਬਚਨ ਆਉਣ ਵਾਲੇ ਸਮੇਂ 'ਚ ਆ ਜਾਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਨੂੰ ਪਤਾ ਵੀ ਸ੍ਰਿਸ਼ਟੀ ਤੇ ਪਰਮਾਤਮਾ ਆਪ ਆਏ ਨੇ। ਹਰ ਧਰਮ ਦਾ ਬੰਦਾ ਸੋਚਦਾ ਵੀ ਜੇ ਸਾਡੇ ਧਰਮ ਨਾਲ ਜੁੜ ਗਏ ਤਾਂ ਸਾਡੇ ਬੱਲੇ ਬੱਲੇ, ਅਸੀਂ ਆਖੇ ਸਾਡੇ ਲਈ ਮਹਾਰਾਜ ਆਏ ਆ, ਉਹ ਸ੍ਰਿਸ਼ਟੀ ਲਈ ਆਏ ਆ, ਉਹ ਮਾਨਵਤਾ ਲਈ ਆਏ ਨੇ। ਆਏ ਕੌਣ ਨੇ? ਅਕਾਲ ਪੁਰਖ। ਤੇ ਜੇ ਆਏ ਨੇ ਉਹ ਗਏ ਨਹੀਂ ਕਿਤੇ, ਕਿਉਂਕਿ ਰੱਬ ਕਦੇ ਮਰਦਾ ਨਹੀਂ ਹੈ, ਉਹ ਸਦਾ ਹੀ ਰਹਿੰਦਾ ਹੈ, ਨਿਰੰਕਾਰ ਹੈ, ਆਦਿ ਸੱਚ ਜੁਗਾਦ ਸੱਚ ਹੈ। ਕਹਿੰਦੇ ਉਹ ਪਰਮੇਸ਼ਰ ਨੇ ਬਚਨ ਕੀਤਾ ਹੈ ਅਸੀਂ ਆਪ ਆਵਾਂਗੇ, ਬੇਦੀ ਵੰਸ਼ ਵਿੱਚ ਆਵਾਂਗੇ। ਕਿਉਂ? ਇਹਨਾਂ ਦੀ ਭਗਤੀ ਬੜੀ ਹੈ। ਏਕ ਓੰਕਾਰ ਧਾਰ ਨਿਜ ਰੂਪਾ, ਪ੍ਰਗਟੇ ਸਤਿਗੁਰ ਰੂਪ ਅਨੂਪਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਜੀ ਫਿਰ ਉਹ ਆਪ ਅਕਾਲ ਪੁਰਖ ਪਰਮਾਤਮਾ ਇੱਕ ਓੰਕਾਰ ਮਨੁੱਖਾਂ ਨੂੰ ਸਮਝਾਉਣ ਵਾਸਤੇ ਮਨੁੱਖਾਂ ਦੇ ਸਰੀਰ ਵਿੱਚ ਰਾਏ ਭੋਏ ਦੀ ਤਲਵੰਡੀ ਵਿੱਚ ਆਪ ਪ੍ਰਗਟੇ। ਆਖੋ ਸਤਿਨਾਮ। ਆਪ ਪ੍ਰਗਟ ਹੋਏ ਮਨੁੱਖਾ ਸਰੀਰ ਵਿੱਚ, ਕਿਉਂਕਿ ਬੰਦੇ ਨੂੰ ਸਮਝਾਉਣ ਵਾਸਤੇ ਬੰਦੇ ਦੀ ਬੋਲੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਚਾਈਨਾ 'ਚ ਗਏ, ਚਾਈਨਾ ਦੀ ਬੋਲੀ 'ਚ ਗੱਲ, ਅਰਬ 'ਚ ਗਏ, ਅਰਬੀ 'ਚ ਗੱਲਾਂ ਕਰਦੇ ਰਹੇ। ਜਾਂ ਆ ਜਿੰਨੇ ਵੀ ਇਲਾਕੇ ਆ, ਭਾਵੇਂ ਉਹ ਕੈਨੇਡਾ ਦਾ ਇਲਾਕਾ ਹੈ ਜਾਂ ਕੋਈ ਹੋਰ ਇਲਾਕਾ ਹੈ, ਜਿੱਥੇ ਜਿੱਥੇ ਗੁਰੂ ਸਾਹਿਬ ਜਾਂਦੇ ਰਹੇ ਉਸ ਬੋਲੀ ਵਿੱਚ ਗੱਲ ਕਰਦੇ ਰਹੇ। ਬੋਲੀਆਂ ਕਿਵੇਂ ਹੁੰਦੀਆਂ ਸੀ? ਜਿਹਨੇ ਦੁਨੀਆ ਬਣਾਈ ਉਹਨੂੰ ਬੋਲੀ ਨਹੀਂ ਹੁੰਦੀ। ਬਣਾਉਣ ਵਾਲੇ ਨੇ ਤੇ ਆ ਜੀਵਾਂ ਦੀਆਂ ਬੋਲੀਆਂ ਰੱਖੀਆਂ ਹੋਈਆਂ ਨੇ। ਕੁੱਤਿਆਂ ਦੀ ਅਲੱਗ ਬੋਲੀ ਹੈ, ਪੰਛੀਆਂ ਦੀ ਅਲੱਗ ਬੋਲੀ ਹੈ, ਰੁੱਖਾਂ ਦੀ ਅਲੱਗ ਬੋਲੀ ਹੈ, ਫੁੱਲਾਂ ਦੀ ਅਲੱਗ ਬੋਲੀ ਹੈ। ਰੁੱਖ ਵੀ ਰੁੱਖਾਂ ਨਾਲ ਗੱਲਾਂ ਕਰਦੇ। ਕਦੇ ਸੜਕ ਤੇ ਜਾ ਕੇ ਵੇਖਿਓ, ਇੱਕ ਰੁੱਖ ਇੱਧਰਲੇ ਹੱਥ ਹੋਊ, ਦੂਜਾ ਇੱਧਰਲੇ ਹੱਥ ਹੋਊਗਾ ਤੇ ਵਿੱਚ ਗੈਪ ਰੱਖਿਆ ਹੋਣਾ। ਉਹਨਾਂ ਨੂੰ ਵੀ ਪਤਾ ਵੀ ਸੀ ਇੱਕ ਦੂਜੇ ਤੋਂ ਦੂਰੀ ਕਿੰਨੀ ਰੱਖਣੀ ਹੈ। ਇੱਕ ਬੰਦਾ ਹੀ ਮੂਰਖ ਹੈ ਜਿਹੜਾ ਸਮਝਾਇਆ ਵੀ ਉਹੀ ਕੰਮ ਕਰਦਾ ਜਿੱਥੋਂ ਰੋਕਿਆ ਜਾਂਦਾ। ਸਤਿਨਾਮ। ਇਹ ਡੱਲ ਦਿਮਾਗ ਹੈ। ਬੇਲਾਂ ਨੂੰ ਪਤਾ ਹੈ ਅਸੀਂ ਕਿੱਥੇ ਚੜ੍ਹਨਾ ਹੈ। ਕਦੇ ਆਹ ਜਿਹੜੀਆਂ ਵੇਲਾਂ ਆਪਣੇ ਘਰਾਂ 'ਚ ਲੱਗੀਆਂ, ਘੀਆ ਦੀ ਹੋਵੇ, ਤੋਰੀਆਂ ਦੀ ਹੋਵੇ, ਇਹਨਾਂ ਦੇ ਅੱਗੇ ਇੱਕ ਸਪਰਿੰਗ ਜਿਹਾ ਲੱਗਾ ਹੁੰਦਾ, ਨੈਚੁਰਲ ਗੱਲ ਹੈ। ਹੁਣ ਤੁਸੀਂ ਵੇਖੋ ਉਹਦੇ ਅੱਖਾਂ ਲੱਗੀਆਂ, ਕਦੇ ਵੇਖੀਆਂ ਕਿਸੇ ਨੇ ਵੇਲ ਦੇ ਅੱਖਾਂ ਲੱਗੀਆਂ? ਰਾਤ ਦੇ ਹਨੇਰੇ ਵਿੱਚ ਉਹਦੇ ਕੋਲ ਕੋਈ ਟਾਹਣੀ ਜਾਂਦੀ ਹੋਵੇ ਨਾ 2 ਫੁੱਟ ਤੋਂ, ਉਹਨੇ ਉੱਥੇ ਜਾ ਕੇ ਉਹਨੂੰ ਸਪਰਿੰਗ ਜਾ ਪਾ ਲੈਣਾ। ਕਿਵੇਂ ਪਾ ਰਹੀ ਹੈ? ਉਹਨੂੰ ਕਿਵੇਂ ਪਤਾ? ਉਹਦੀ ਸੈਂਸ ਕਿਵੇਂ ਹੈ? ਕਿਉਂਕਿ ਹਰ ਪੱਤਾ ਪੱਤਾ ਬੋਲਦਾ ਹੈ, ਹਰ ਪੰਛੀ ਬੋਲਦਾ ਹੈ। ਜਿੱਦਣ ਕੋਈ ਜੁੜ ਜਾਂਦਾ ਪਰਮਾਤਮਾ ਨਾਲ, ਉਹ ਪਤਾ ਕੀ ਕਹਿੰਦੇ ਆ ਫਿਰ? ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਹਰ ਬਿਨ ਬੋਲਤ ਹੈ ਨਹੀਂ ਹੋਰ। ਫਿਰ ਉਹ ਸੱਪਾਂ ਦੀ ਬੋਲੀ 'ਚ ਵੀ ਕਹਿੰਦੇ ਵਾਹਿਗੁਰੂ ਜਾਂਦੇ ਆ। ਉਹ ਵੀ ਡੰਗ ਨਹੀਂ ਮਾਰਦੇ, ਸ਼ੇਰਾਂ ਦੇ ਕੋਲ ਬਹਿੰਦੇ ਆ। ਸ਼ੇਰ ਆਪਣਾ ਸੁਭਾਅ ਛੱਡ ਜਾਂਦੇ ਆ, ਕਿਉਂਕਿ ਉਹਨਾਂ ਨੂੰ ਵੀ ਦਿਸਦਾ ਮੇਰਾ ਨਿਰੰਕਾਰ ਇਹਦੇ ਵਿੱਚ ਵਸਦਾ। ਰੱਬ ਤੋਂ ਬਿਨਾਂ ਕੁਝ ਵੀ ਨਹੀਂ ਹੈ, ਇਹ ਅਸੀਂ ਵੀ ਮੰਨਦੇ ਹਾਂ, ਸਾਰੇ ਕਹਿੰਦੇ ਆ। ਪਰ ਅਸੀਂ ਰੱਬ ਨੂੰ ਰੱਬ ਨਹੀਂ ਸਮਝਿਆ ਤੇ ਬੰਦੇ ਨੂੰ ਕਿੱਥੋਂ ਸਮਝ ਲੈਣਾ। ਸਤਿਨਾਮ। ਆਹ ਕਥਾ ਕੀਰਤਨ ਜੋ ਤੇ ਆਪਾਂ ਬੜੇ ਭਗਤ ਬਣੇ ਬੈਠੇ ਹੁੰਦੇ ਆ, ਕਿਤੇ ਅੱਗੋਂ ਪਿੱਛੇ ਮਰਦ ਦੀ ਝੂਰੀ 'ਚ ਬਹਿਣਾ ਪੈ ਜਾਂਦਾ। ਘਰਾਂ 'ਚ ਅਖੰਡ ਪਾਠ ਰੱਖੇ ਹੁੰਦੇ ਆ ਨਾ, ਵੇਖਿਓ ਸਾਨੂੰ ਕਿੰਨਾ ਕੁ ਡਰ ਹੁੰਦਾ। ਪਾਠੀ ਸਿੰਘ ਪਾਠ ਕਰਦਾ, ਚਾਹ ਦਾ ਗਲਾਸ ਫੜਿਆ, ਹਾਂ ਬਈ ਫਲਾਣਿਆ ਕੀ ਹਾਲ ਆ ਤੇਰਾ, ਬੜੇ ਦਿਨਾਂ ਬਾਅਦ ਆਇਆ, ਗੱਲਾਂ ਕਰੀ ਜਾਣੀ ਉੱਥੇ ਬੈਠੇ। ਸੱਚੀ ਜਿੱਦਣ ਇਹ ਭੈ ਮਨ ਵਿੱਚ ਆ ਗਿਆ ਨਾ, ਡਰ ਲੱਗਣ ਲੱਗ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਆ, ਕਦੇ ਮਹਾਂਪੁਰਖਾਂ ਦੇ ਜੀਵਨ ਵੇਖੋ ਜਾ ਕੇ, ਉਹ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਜਾਂਦੇ, ਕਹਿੰਦੇ ਡਰ ਲੱਗਦਾ ਗੁਰੂ ਤੋਂ ਬਹੁਤ। ਤੇ ਮੇਰੇ ਵਰਗਾ ਸਾਰਾ ਗੁਰਦੁਆਰਾ ਸਿਰ ਤੇ ਚੱਕੀ ਫਿਰਦਾ ਹੁੰਦਾ, ਡਰ ਹੀ ਕੋਈ ਨਹੀਂ। ਗੁਰੂ ਸਾਹਿਬ ਬੈਠੇ ਆ, ਝਾੜੂ ਲਾਉਂਦਾ ਵੀ ਬੋਲੀ ਜਾਂਦਾ। ਗੁਰੂ ਸਾਹਿਬ ਬੈਠੇ ਆ, ਗੱਲਾਂ ਕਰਦਾ ਉੱਚੀ ਉੱਚੀ, ਇੱਧਰ ਉੱਧਰ ਦੀਆਂ ਸਾਰੀਆਂ। ਡਰ ਨਹੀਂ ਨਾ ਕੋਈ ਹੈ, ਭੈ ਨਹੀਂ ਨਾ ਕੋਈ ਹੈ। ਤੇ ਜਿੱਦਣ ਸਿੱਖ ਕੌਮ ਵਿੱਚ ਭੈ ਆ ਗਿਆ ਨਾ, ਡਰ ਆ ਗਿਆ ਵੀ ਗੁਰੂ ਕਲਗੀਧਰ ਬੈਠੇ ਆ, ਗੁਰੂ ਨਾਨਕ ਸਾਹਿਬ ਬੈਠੇ ਆ, ਮੇਰੀ ਕੀ ਔਕਾਤ ਆ, ਮੈਂ ਦਰਬਾਰ 'ਚ ਬੋਲ ਜਾਣਾ।
ਤੇ ਸੱਚੀ ਉਸ ਦਿਨ ਵੇਖਿਓ ਰੱਬ ਕਿੱਦਾਂ ਨਜ਼ਰ ਆਉਂਦਾ, ਪੱਤੇ ਪੱਤੇ ਚੋਂ ਦਿਸੇਗਾ। ਅਜੇ ਤੇ ਸਾਨੂੰ ਗੁਰਦੁਆਰੇ ਨਹੀਂ ਦਿਸਦਾ, ਤੇ ਮੇਰੇ ਵਰਗਾ ਕਹਿ ਦਿੰਦਾ ਹੈ ਯਾਰ ਮੈਂ ਗੁਰਦੁਆਰੇ ਖੜਾ, ਮੈਂ ਝੂਠ ਨਹੀਂ ਬੋਲਦਾ, ਮਤਲਬ ਬਾਹਰ ਸੱਚ ਨਹੀਂ ਬੋਲਦਾ। ਇੱਥੇ ਸਹੁੰ ਖਾਦੀ ਵੀ ਇੱਥੇ ਆ ਕਿ ਸੱਚ ਬੋਲਣਾ ਨਾ ਮੈਂ, ਮਤਲਬ ਬਾਹਰ ਝੂਠੇ ਆ। ਪਰ ਜਿਹਨੇ ਵੇਖ ਲਿਆ ਨਾ ਉਹ ਕਹਿੰਦਾ ਮੇਰਾ ਵਾਹਿਗੁਰੂ ਹਰ ਥਾਂ ਤੇ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਮੱਕੇ 'ਚ, ਜੀਵਨ ਨੂੰ ਕਹਿੰਦੇ ਲੱਤਾਂ ਫੜ ਕੇ ਉੱਧਰ ਘੁਮਾ ਦੇ ਜਿੱਧਰ ਰੱਬ ਨਹੀਂ ਹੈਗਾ, ਜਿੱਧਰ ਮੱਕਾ ਨਹੀਂ ਹੈਗਾ। ਉਹ ਕੀ ਸੀ? ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਇੱਕ ਵਾਹਿਗੁਰੂ ਮੇਰਾ ਹਰ ਥਾਂ ਤੇ ਹੈ, ਕੋਈ ਖੁਦਾ ਕੋਈ ਅੱਲਾ ਲੱਗ ਨਹੀਂ, ਸਭ ਇੱਕ ਨਿਰੰਕਾਰ ਹੈ। ਉਸ ਨਿਰੰਕਾਰ ਨੇ ਆਪ ਆਉਣਾ ਜਿਹਦਾ ਜ਼ਿਕਰ ਭਾਈ ਬਾਲਾ ਜੀ ਕਰਦੇ ਆ। ਕਿਵੇਂ ਆਉਣਾ ਹੈ, ਕੀ ਹੋਏਗਾ, ਕਿਹੜੀ ਧਰਤੀ ਤੇ ਆਉਣਾ ਹੈ, ਇਹ ਸਾਰਾ ਜ਼ਿਕਰ ਕੱਲ ਦੇ ਦੀਵਾਨਾਂ 'ਚ ਸਤਿਗੁਰਾਂ ਦੀ ਕਿਰਪਾ ਨਾਲ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।